ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗੁਰੂ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਗੋਦ ਵਿੱਚ ਅਤਿਅੰਤ ਸ਼ਰਧਾ ਦੇ ਨਾਲ ਬੇਸ਼ੱਕ ਕੈਸਾ ਵੀ ਬਾਰਿਸ਼ ਦਾ ਮੌਸਮ ਹੈ, ਭਿੱਜਦੇ ਹੋਏ ਸਤਿਗੁਰਾਂ ਦੇ ਪਿਆਰ ਵਿੱਚ ਜੁੜ ਬੈਠੇ ਹੋ, ਭਾਗਾਂ ਵਾਲੇ ਹੋ। ਆਓ ਇਸ ਸੁਹਾਵਣੇ ਮੌਸਮ ਵਿੱਚ ਗੁਰੂ ਦੀ ਸੁਹਾਵਣੀ ਕਥਾ ਨਾਲ ਜੁੜੀਏ। ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ। ਰਾਜਾ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਨਮੁਖ ਬੈਠ ਕੇ ਅੰਤਰ ਆਤਮੇ ਦਾ ਗਿਆਨ ਲੈ ਰਹੇ ਨੇ। ਜਦੋਂ ਉਹਨਾਂ ਨੇ ਮੰਨਿਆ ਮੈਂ ਪ੍ਰਾਣ ਨਹੀਂ, ਕਹਿੰਦੇ ਪਾਤਸ਼ਾਹ ਮਨ ਮੇਰਾ ਰੂਪ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਵੀ ਤੇਰਾ ਰੂਪ ਨਹੀਂ ਹੈ। ਇਹ ਮਨ ਤੇ ਦੁਬਦਾ ਦੀ ਖਾਨ ਹੈ, ਪਰੇਸ਼ਾਨੀਆਂ ਦੀ ਜੜ ਹੈ। ਮਨ ਉੱਤੇ ਹਉਮੈ ਸਵਾਰ ਹੋ ਜੇ, ਮਨ ਕਹਿੰਦਾ ਮੇਰੇ ਵਰਗਾ ਹੀ ਕੋਈ ਨਹੀਂ। ਤੇ ਮਨ ਵਿਕਾਰਾਂ ਵਿੱਚ ਇੰਨਾ ਪ੍ਰਬਲ ਹੋ ਜਾਂਦਾ ਹੈ, ਇਹ ਉਸ ਆਤਮਾ ਨੂੰ ਕਦੇ ਬੋਲਣ ਨਹੀਂ ਦਿੰਦਾ। ਆਤਮਾ ਤੇ ਪਰਮਾਤਮਾ ਦੀ ਸੋਝੀ ਇਹ ਕਦੇ ਨਹੀਂ ਹੋਣ ਦਿੰਦਾ, ਇਹ ਸਿਰਫ ਆਪਣੇ ਹੀ ਖਿਆਲ ਦਰਸਾਉਂਦਾ ਹੈ। ਗੁਰੂ ਸਾਹਿਬ ਜੀ ਨੇ ਬੜੇ ਵਿਸਥਾਰ ਸਹਿਤ ਸਮਝਾਇਆ ਵੀ ਤੇਰਾ ਰੂਪ ਤੇ ਉਹ ਹੈ ਜਿਹੜਾ ਕਹਿੰਦਾ ਮੇਰਾ ਮਨ ਬੜਾ ਖੁਸ਼ ਹੈ। ਜੋ ਇਸ ਮਨ ਉੱਤੇ ਦਾਵਾ ਕਰਦਾ ਵੀ ਇਹ ਮੇਰਾ ਹੈ, ਉਹ ਤੇਰੀ ਆਤਮਾ ਹੈ, ਤੇਰੀ ਰੂਹ ਹੈ। ਹੁਣ ਦੱਸੋ, ਰਾਏ ਬੁਲਾਰ ਸਾਹਿਬ ਆਖਣ ਲੱਗੇ ਪਾਤਸ਼ਾਹ ਜੇ ਮਨ ਵੀ ਮੇਰਾ ਰੂਪ ਨਹੀਂ, ਮੈਨੂੰ ਲੱਗਦਾ ਮੇਰੀ ਬੁੱਧ, ਮੇਰੀ ਅਕਲ, ਮੇਰੀ ਮਤ ਮੇਰਾ ਰੂਪ ਹੈ। ਕਿਉਂਕਿ ਅਕਲ ਕਰਕੇ ਬੰਦਾ ਸਿਆਣਾ ਤੇ ਸਮਝਦਾਰ ਮੰਨਿਆ ਜਾਂਦਾ ਹੈ। ਬੰਦੇ ਦੀ ਸਮਝ ਹੀ ਤੇ ਬੰਦੇ ਦਾ ਜੀਵਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਆਖਣ ਲੱਗੇ ਰਾਏ ਬੁਲਾਰ ਜੀ ਜੇ ਮਨ ਤੇਰਾ ਰੂਪ ਨਹੀਂ ਤੇ ਬੁੱਧ ਵੀ ਤੇਰਾ ਰੂਪ ਨਹੀਂ। ਇੱਥੋਂ ਤੱਕ ਆਪ ਜੀਆਂ ਨੇ ਪਵਿੱਤਰ ਪਾਵਨ ਕਥਾ ਦਾ ਆਨੰਦ ਮਾਣਿਆ। ਆਓ ਜੀ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਆਸੀਸ ਬਖਸ਼ੋ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸਤੇ ਪਰ ਬੁੱਧ ਹੈ ਜੋਈ, ਨਿਜ ਸਰੂਪ ਮੈਂ ਮਾਨਿਓ ਸੋਈ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਾਏ ਬੁਲਾਰ ਜੀ ਦੇ ਉੱਤੇ ਬੇਅੰਤ ਕਿਰਪਾ ਕਰ ਰਹੇ ਨੇ। ਸੂਖਸ਼ਮ ਹਉਮੈ ਜੋ ਮਨੁੱਖ ਦੇ ਜੀਵਨ ਕਾਲ ਕਰਕੇ ਕਣ ਕਣ ਵਿੱਚ ਵਸੀ ਹੋਈ ਹੈ, ਸਾਹਿਬ ਜੀ ਉਹਨੂੰ ਕੱਢ ਰਹੇ ਆ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਜੇ ਮਨ ਮੇਰਾ ਰੂਪ ਨਹੀਂ, ਜਿਸ ਮਨ ਤੇ ਮੈਂ ਦਾਵਾ ਕੀਤਾ, ਕਿਉਂਕਿ ਸਾਰੀ ਜ਼ਿੰਦਗੀ ਬੰਦਾ ਮਨ ਪਿੱਛੇ ਭੱਜਦਾ। ਮਨ ਕਰਕੇ ਦੁਖੀ ਹੈ, ਮਨ ਕਰਕੇ ਸੁਖੀ ਹੈ, ਮਨ ਕਰਕੇ ਧਰਮੀ ਹੈ, ਮਨ ਕਰਕੇ ਪਾਪੀ ਹੈ। ਇਨਵੋਲਵ ਤੇ ਮਨ ਆ ਨਾ। ਜਦੋਂ ਸਤਿਗੁਰਾਂ ਨੇ ਵਿਖਾ ਦਿੱਤਾ ਇਹ ਤੇਰਾ ਰੂਪ ਨਹੀਂ, ਕਹਿੰਦੇ ਮਹਾਰਾਜ ਮੇਰੀ ਮੱਤ ਉਹ ਤੇ ਮੈਂ ਆ ਨਾ। ਕਿਉਂਕਿ ਮੇਰੀ ਮੱਤ ਕਹਿੰਦੀ ਹੈ ਮੈਂ ਕਰਾਂ ਜਾਂ ਨਾ ਕਰਾਂ, ਤੂੰ ਮੈਨੂੰ ਸਮਝਾਉਣ ਵਾਲਾ ਕੌਣ ਆ? ਮੈਂ ਤੇ ਪਹਿਲਾਂ ਹੀ ਬੜਾ ਸਿਆਣਾ। ਮੱਤ ਮੰਨ ਰਹੀ ਹੈ ਇਹ ਗੱਲ। ਮੱਤ ਨੂੰ ਕਹਿੰਦੇ ਆ ਬੁੱਧ, ਜਿਹਦੇ ਵਿੱਚ ਗਿਆਨ ਵਸਿਆ ਹੋਇਆ ਹੈ। ਜਿਸ ਮੱਤ ਦੇ ਵਿੱਚ ਸੋਝੀ ਵਸੀ ਹੋਈ ਹੈ। ਹੁਣ ਮੱਤ ਕਿਸੇ ਦੀ ਚੰਗੀ ਵੀ ਹੋ ਸਕਦੀ, ਕਿਸੇ ਦੀ ਮਾੜੀ ਵੀ ਹੋ ਸਕਦੀ ਹੈ।
कोई अनमती है, कोई मनमती आ, कोई गुरमती आ, कोई संतमती आ। मत अलग अलग है, पर इस मत दे विच सूक्ष्म हउमे वासा करदी है, जिस करके बंदा कहंदा है मेरा ज्ञान, मेरी समझ, मेरी सियाणप। बंदा दुखी किहदे करके है? अपनी चतराई करके, अपनी सियाणप करके। सियाणपां कित्थे वसदियां ने, चलाकियां कित्थे ने? साडी मत विच, साडी बुद्ध विच। मन ने ते एक फुरना दिता है, मैनू ये काम करना चाहिए जां नहीं, सिर्फ एक फुरना, एक ख्याल दिता है। मन ख्यालों तो वध के कुछ नहीं करता। कदे पढ़ियो मन दे बारे गुरबाणी नूं, समझ आ जानी। असीं कहने मेरा मन कहंदा मैं इदां करूँ, मन ते करदा ही कुछ नहीं, मन नहीं कुछ करता। मन का कर्म है सिर्फ फुरने देना, ख्याल देना। हुण उन्हां फुरनियां ते विचार करनी, ये बुद्ध का काम है। कहंदे महाराज फिर ते मन तो वड्डी बुद्ध होई ना, समझ होई, सियाणप होई, वो बुद्ध मेरा रूप है। निश्चय करन धर्म बुद्ध कीरा, आपने हंता तामें जीरा। हुण बंदे दी अंदर दी हौमे जे मन विच नहीं बैठी ते बैठी बुद्ध विच है। साडी ते सारा किते ही है, शरीर विच साडी हौमे है, प्राणा विच साडी हौमे है, ज्ञान इंद्रिय कर्म इंद्रियां च साडी हौमे है, मन विच असी हंकार करी फिरदे आ, बुद्ध विच साडे हौमे भरी है। भला कित्थे है? गुरु नानक साहिब महाराज नूं आखण लगे, कहंदे महाराज मेरी मत, मेरी बुद्ध मैनूं समझाउंदी है भी ये काम चंगा जा ये माड़ा है। हुण बुद्ध करके बंदा भरोसा करता है। मन ने कहा ये बंदा अपना मित्र हो सकता है, साडे नाल चंगी मित्रता निभा सकदा है। ਇਹਦੇ ਤੇ विचार की साडी बुद्ध ने, वाकई मैं बंदे नूं परखिया, ਇਹਦੇ ਤੇ विश्वास करना बनता है। मन भरोसा नहीं करता। मत भलेखे विच रहो जी मेरे मन ने भरोसा कर लिया, मेरे दिल ने भरोसा कर लिया, नहीं, ये कहा करो मेरी मत ने भरोसा कर लिया। तो जिद्दण बंदा भरोसा करके ठोकर खांदा, लोग कहिंदे आ वो तेरी मत मारी गई सी, तू गया कित्थे सी? उदण ये तां नहीं कहिंदे तेरा मन मारिया गया सी, उदों यही कहिंदे आ तेरी मत नूं परदा पै गया, वो तेरी अकल कित्थे गई सी? तैनूं दिसिया नहीं वो बंदे ने तेरे तो पैसे ले, तैनूं मोड़ने नहीं, उन्हें तेरे नाल धोखा करना सी, वो बड़िया ना करके गया, तू जानदा सी। ये फैसला मन दा नहीं, साडी बुद्ध दा सी, साडी अकल दा सी। अकल ने माड़े बंदे ते भरोसा कीता ते चंगे बंदे ते शक कर लिया। ये अकल है। अकल वासा कित्थे करदी है? बुद्ध विच। हुण जिहड़ी बुद्ध है ना, ये मन के बिल्कुल नाल ते मन तो उच्ची रुतबे ते बैठी है। मन हेठवे रुतबे ते बैठा है, बुद्ध उपर है। मन ने तो छेड़खानी की है, इसे करके बाणी कहती है ए मन चंचला चतराई किन्है ना पाया। मना मेरिया तू हुजतां करदा है, चलाकियां करदा है, पर रब चलाकियां ते हुजतां नाल नहीं मिलिया। मन कहंदा मैं बड़ा सियाणा, बुद्ध कहंदी हाँ तेरे वर्गा कोई नहीं, तू तो सियाणा ही बड़ा है। ते हर बंदा अपनी सियाणप दा घोटा ला के विखाउंदा है, घट कोई नहीं कहाउंदा। गुरु नानक साहिब महाराज नूं पुछो, 10वें पातशाह नूं पुछो, कलगीधर जी कहंदे आ घाट ना किन्ही कहाया, सब कहते है पाया। जिहड़े मर्जी धर्म के साध नूं छेड़ के वेखो, घट कोई नहीं कहाउंदा, सब कहंदे मैं रब पा लिया, मैं रब दा विचोला, मेरे कोल रब आ गया, मैं मिला दूंगा। घट है कोई? पर गुरु साहब कहंदे मन दियां चंचल चतराइयां ने। हुण ये चतराइयां दी उत्पत्ति कित्थे आई? बुद्ध चाहिए। बुद्ध ने फैसला दिता। असी आम गल्लां करदे आ यार ये बंदा बड़ा सियाणा है, ਇਹਦੇ ਤੇ विश्वास करना बनता, ਇਹਦੇ जिन्ने फैसले ने चंगे हुंदे आ। भावें कोई जज होवे, कोई वकील होवे, जां कोई पंच सरपंच होवे, चंगी मत वाला बंदा सियाणा मन्निया जांदा। क्यों? क्योंकि वो अपनी बुद्ध तो सोच के काम लैंदा है, इसलिए सियाणा मनते हैं। गुरु नानक साहिब महाराज के सन्मुख राय बुलार जी कहते महाराज मेरी बुद्ध मेरी मत मैनू कहती है तू महान है, तो जो मेरी मत कहती मैं महान हाँ तो मैं किसी की महानता नूं वेख के जरूंगा। मेरी अकल कहती है भी तू बहुत चंगा है तो मैतों किसी की चंगियाई जर होएगी? कदे भी नहीं। ये तो भुलेखा ही कढ़ दो मन चो भी मैं अपने गुणा नूं एक पासे रखा तो मैनू लगे मैं सियाणा बहुत आ, तो मैं दूजे बंदे की जे सिफत भी करूँ तो उपरले मन नाल करूँगा, उतले मनो अंदरों नहीं।
ਰੱਬ ਦੇ ਪਿਆਰੇ ਹਿਰਦੇ ਤੋਂ ਸਤਿਕਾਰ ਕਰਦੇ ਆ। ਇਸ ਕਰਕੇ ਉਹਨਾਂ ਦਾ ਮਨ ਵੀ ਉਹੀ ਹੈ, ਚਿੱਤ ਵੀ ਉਹੀ ਹੈ, ਬੁੱਧ ਵੀ ਉਹੀ ਹੈ ਤੇ ਰਸਨਾ ਵੀ ਉਹੀ ਹੈ। ਸਾਡਾ ਫਰਕ ਕੀ ਹੈ? ਅਸੀਂ ਦਿਲੋਂ ਤੇ ਹੋਰ ਹਾਂ, ਸੱਚ ਹੈ। ਜ਼ੁਬਾਨ ਤੋਂ ਅਸੀਂ ਇੰਨੇ ਮਿੱਠੇ ਆ ਨਾ, ਮੈਂ ਕਹਿਣਾ ਕੀ ਕਹਿਣਾ ਹੈ। ਸਾਰੇ ਹੀ ਆਪਾਂ, ਹੋ ਸਕਦਾ ਤੁਹਾਡੇ 'ਚ ਕਿਸੇ ਤੇ ਬਹੁਤ ਕਿਰਪਾ ਹੋਵੇ, ਕੋਈ ਸਾਡੇ ਵਰਗਾ ਨਲਾਇਕ ਨਾ ਹੋਵੇ। ਜ਼ੁਬਾਨ ਦੇ ਅਸੀਂ ਇੰਨੇ ਚੰਗੇ ਆ, ਅਗਲੇ ਦੇ ਢਿੱਡ 'ਚ ਵੜ ਜਾਈਦਾ ਗੱਲਾਂ ਕਰਕੇ ਜ਼ੁਬਾਨ ਦੇ, ਪਰ ਦਿਲ ਵਿੱਚ ਸਾਡੀਆਂ ਖਾਰਾਂ ਨੇ, ਦਿਲ ਵਿੱਚ ਸਾਡੇ ਵਿਕਾਰ ਨੇ, ਦਿਲ ਵਿੱਚ ਸਾਡੇ ਚੰਚਲਤਾ ਚਤਰਾਈ ਚੱਲਦੀ ਹੈ। ਇਸੇ ਕਰਕੇ ਤੇ ਮਹਾਰਾਜ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਕਿਨੇ ਨਾ ਪਾਇਆ। ਸੁਣ ਮਨ ਮੇਰਿਆ, ਮੇਰੇ ਮਨ ਤੂੰ ਸੁਣ। ਮਨ ਰੱਬ ਨਹੀਂ ਹੈ, ਮਨ ਮੈਂ ਨਹੀਂ ਆ। ਮਹਾਰਾਜ ਕਹਿੰਦੇ ਮੇਰਿਆ ਮਨਾ ਸੁਣ, ਕੋਈ ਹੈ ਪਿੱਛੇ ਜਿਹੜਾ ਇਸ ਮਨ ਨੂੰ ਕਹਿੰਦਾ ਤੂੰ ਮੇਰਾ ਏ, ਤੈਨੂੰ ਸੁਣਨਾ ਪੈਣਾ ਹੈ। ਗੁਰੂ ਸਾਹਿਬ ਕਹਿੰਦੇ ਰਾਏ ਬੁਲਾਰ ਜੀ ਤੁਸੀਂ ਆਪਣੀ ਬੁੱਧ ਨੂੰ ਆਪਣਾ ਕਿਉਂ ਮੰਨ ਲਿਆ? ਕਹਿੰਦੇ ਮਹਾਰਾਜ ਇਸ ਬੁੱਧ ਨਾਲ ਮੈਂ ਬੜੇ ਫੈਸਲੇ ਕੀਤੇ, ਮੈਂ ਬੜੀਆਂ ਸਮਝ ਦੀਆਂ ਗੱਲਾਂ ਕੀਤੀਆਂ। ਜੇ ਬੰਦਾ ਰੱਬ ਨਾਲ ਵੀ ਜੁੜਿਆ, ਧਰਮੀ ਹੋਇਆ, ਉਹ ਮਨ ਨੇ ਥੋੜੀ ਬਣਾਇਆ। ਧਰਮੀ ਸਾਨੂੰ ਬਣਾਇਆ ਸਾਡੀ ਬੁੱਧ ਨੇ, ਸਾਡੀ ਸਮਝ ਨੇ। ਅਸੀਂ ਬੜਿਆਂ ਧਰਮਾਂ 'ਚ ਘੁੰਮ ਕੇ ਵੇਖਿਆ ਗੁਰੂ ਨਾਨਕ ਸਾਹਿਬ ਦਾ ਦਰ ਬਹੁਤ ਵੱਡਾ। ਮੈਂ ਵਿਸ਼ਵਾਸ ਕਰਦਾ ਮੇਰਾ ਰੱਬ ਤੋਂ ਵੱਧ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਹੈ। ਇਹ ਨਿਸ਼ਚਾ ਕਿੱਥੋਂ ਆਇਆ? ਸਾਡੀ ਬੁੱਧ 'ਚੋਂ ਆਇਆ। ਵੀ ਸਿੰਘ ਤੇ ਟੋਟੇ ਟੋਟੇ ਹੋ ਜਾਂਦੇ ਆ, ਮਨ ਪਿੱਛੇ ਨਹੀਂ ਲੱਗੇ, ਕਿਉਂਕਿ ਮਨ ਦਾ ਕੰਮ ਹੈ ਛੇੜਖਾਨੀ ਕਰਕੇ ਪਰਾਂ ਹੋ ਜਾਣਾ। ਇਹਦੇ ਪਿੱਛੇ ਲੱਗਣ ਵਾਲਾ ਡਾਂਗਾ ਹੀ ਖਾਊ, ਇਹਦੇ ਮਗਰ ਚੱਲਣ ਵਾਲਾ ਤੇ ਦੁਖੀ ਹੋਏਗਾ ਨਾ। ਪਰ ਬੁੱਧ ਕਈ ਵਾਰ ਟਿਕਾ ਦੇ ਫੈਸਲੇ ਲੈਂਦੀ ਹੈ। ਕਿਸੇ ਦੀ ਬੁੱਧ ਵਿੱਚ ਚੰਗੀਆਂ ਗੱਲਾਂ, ਕਿਸੇ ਦੀ ਬੁੱਧ ਵਿੱਚ ਮਾੜੀਆਂ ਗੱਲਾਂ। ਇਸੇ ਕਰਕੇ ਚੰਗੀ ਬੁੱਧ ਵਾਲੇ ਨੂੰ ਬੁੱਧੀਵਾਨ ਆਖਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਉਹਨਾਂ ਰੱਖ ਦਿੱਤਾ, ਕਹਿੰਦੇ ਮਹਾਰਾਜ ਜੇ ਮਨ ਮੇਰਾ ਨਹੀਂ ਹੈ, ਬੁੱਧ ਮੇਰੀ ਹੈ। ਜਾਤੀ ਪਰੇ ਨ ਜਾਣਿਓ ਜਾਈ, ਅਹੈ ਪਰੇ ਤੋਂ ਦੇਹੋ ਬੁਝਾਈ। ਪਰ ਪਾਤਸ਼ਾਹ ਮੇਰੀ ਮੱਤ ਕਹਿੰਦੀ ਆ ਮੈਥੋਂ ਬਾਹਰ ਕੁਛ ਨਹੀਂ, ਮੈਥੋਂ ਵੱਧ ਵੀ ਕੁਛ ਨਹੀਂ। ਜੇ ਕੁਝ ਹੈ ਮੇਰੀ ਮੱਤ ਦੇ ਮੁਤਾਬਕ ਤੇ ਕਿਰਪਾ ਕਰਕੇ ਪਾਤਸ਼ਾਹ ਆਪ ਜੀ ਦੱਸ ਦਿਓ, ਕਿਰਪਾ ਕਰਕੇ ਦੱਸੋ। ਪਰ ਬਾਣੀ ਤੇ ਕਹਿੰਦੀ ਹੈ ਮੇਰੀ ਮੱਤ ਬੌਰੀ ਮੈਂ ਰਾਮ ਵਿਸਾਰੇ। ਕਹਿੰਦੇ ਮੇਰੀ ਤੇ ਮੱਤ ਝੱਲੀ ਹੈ, ਮੇਰੀ ਮੱਤ ਕਮਲੀ ਹੈ। ਕਿਉਂ? ਕਿਉਂਕਿ ਮੈਂ ਤੇ ਰੱਬ ਭੁਲਾਈ ਫਿਰਦਾ, ਮੈਨੂੰ ਤੇ ਰੱਬ ਚੇਤੇ ਨਹੀਂ। ਮੈਨੂੰ ਯਾਦ ਕੀ ਹੈ? ਮੇਰੇ ਨਾਲ ਜੁੜੀਆਂ ਗੱਲਾਂ, ਮੇਰੇ ਨਾਲ ਜੁੜੇ ਲੋਕ, ਮੇਰੇ ਨਾਲ ਜੁੜੇ ਪਦਾਰਥ, ਸਿਰਫ ਮੈਨੂੰ ਉਹ ਯਾਦ ਨੇ, ਰੱਬ ਥੋੜੀ ਯਾਦ ਹੈ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਮੇਰੀ ਮੱਤ ਤੇ ਕਹਿੰਦੀ ਮੈਥੋਂ ਬਾਹਰ ਕੁਛ ਨਹੀਂ ਹੈ, ਮੈਥੋਂ ਵੱਡਾ ਸਿਆਣਾ ਕੋਈ ਨਹੀਂ। ਪਰ ਆਪ ਜੀ ਦੱਸ ਦਿਓ, ਤੁਸੀਂ ਗੁਣਵਾਨ ਹੋ, ਤੁਸੀਂ ਸਭ ਕੁਝ ਜਾਣਦੇ ਹੋ। ਸੁਣ ਬੋਲੇ ਸ੍ਰੀ ਪੰਕਜ ਬੰਦਨਾ, ਭੋਰਾਜਨ ਕਰ ਅਹਿੰਗ ਨਿਕੰਦਨਾ। ਸਤਿਗੁਰ ਕਹਿੰਦੇ ਰਾਜਨ ਆਹ ਹਉਮੈ ਵੀ ਛੱਡ ਦਿਓ। ਬੰਦਾ ਕਹਿੰਦਾ ਮੈਂ ਸਿਆਣਾ, ਮਨ ਨਹੀਂ ਕਹਿੰਦਾ। ਇਹ ਮਤਾ ਭੁਲੇਖਾ ਰੱਖੋ ਵੀ ਮੇਰਾ ਮਨ ਕਹਿੰਦਾ ਮੈਂ ਸਿਆਣਾ, ਮਨ ਤੇ ਸ਼ਰਾਰਤ ਕਰਕੇ ਨਿਕਲ ਜਾਂਦਾ ਹੈ। ਇਹ ਤਾਂ ਛੇੜਖਾਨੀ ਕਰੀ ਚੱਲ ਬਾਹਰ। ਮਨ ਨੇ ਫੁਰਨਾ ਕੀਤਾ ਅੱਜ ਗੁਰਦੁਆਰੇ ਜਾਣਾ ਚਾਹੀਦਾ, ਅਸੀਂ ਮੱਥਾ ਟੇਕਿਆ ਬਾਹਰ ਲੰਘ ਗਿਆ। ਹੁੰਦਾ ਤਾਂ ਇੱਦਾਂ ਹੀ ਆ ਨਾ, ਮਨ ਹੀ ਪੰਗੇ ਲੈਂਦਾ ਹੈ, ਮਨ ਸ਼ਰਾਰਤੀ ਹੈ। ਪਰ ਬੁੱਧ ਕਹਿੰਦੀ ਹੈ ਜੇ ਤੂੰ ਗੁਰੂ ਘਰ ਆਇਆ ਬਹਿ ਕੇ ਸੁਣ ਲੈ ਕੋਈ ਚੱਜ ਦੀ ਗੱਲ। ਮਨਾ ਬਹਿ ਤੇ ਸਹੀ, ਤੂੰ ਕਿਉਂ ਭੱਜੀ ਜਾਂਦਾ? ਅਕਲ ਇਹਨੂੰ ਬਾਰ-ਬਾਰ ਸਮਝਾਉਂਦੀ ਹੈ, ਮੱਤ ਇਹਨੂੰ ਬਾਰ-ਬਾਰ ਸਮਝਾਉਂਦੀ ਹੈ। ਗੁਰੂ ਸਾਹਿਬ ਕਹਿੰਦੇ ਰਾਜਨ ਆਪਣੇ ਅੰਦਰ ਤੋਂ ਸੂਖਸ਼ਮ ਹਉਮੈ ਕੱਟ ਦਿਓ, ਇਹ ਵੀ ਛੱਡ ਦਿਓ। ਜੇ ਪ੍ਰਾਣ ਤੂੰ ਨਹੀਂ, ਸਰੀਰ ਤੂੰ ਨਹੀਂ, ਇੰਦਰੇ ਤੂੰ ਨਹੀਂ, ਜਾਨ ਤੂੰ ਨਹੀਂ, ਮਨ ਤੂੰ ਨਹੀਂ, ਤੇ ਬੁੱਧੀ ਵੀ ਕਿਵੇਂ ਆ ਤੂੰ? ਕਿਉਂਕਿ ਜਿੰਨੇ ਫੈਸਲੇ ਸਾਡੀ ਜ਼ਿੰਦਗੀ ਦੇ ਨੇ ਸਾਡੀ ਮੱਤ ਕਰਦੀ ਹੈ, ਬੰਦੇ ਦੀ ਮੱਤ ਦੇ ਫੈਸਲੇ ਆ। ਕੋਈ ਰੱਬ ਨੂੰ ਛੱਡੀ ਫਿਰਦਾ ਆਪਣੀ ਮੱਤ ਪਿੱਛੇ ਲੱਗ ਕੇ, ਉਹ ਕਹਿੰਦਾ ਮੈਥੋਂ ਵੱਧ ਸਮਝਦਾਰ ਹੈ ਕੋਈ। ਧਰਮ 'ਚ ਵੀ ਇਹੀ ਹਾਲ ਹੈ। ਧਰਮ 'ਚ ਕਿੰਨੇ ਕੁ ਦੁੱਧ ਧੋਤੇ ਲੋਕ ਨੇ, ਵਿਰਲੇ ਹੋਣਗੇ। ਮੈਂ ਨਹੀਂ ਕਹਿੰਦਾ ਵਿਰਲੇ ਹੋਣਗੇ, ਬਾਣੀ ਪੜ੍ਹੋ ਤੇ ਸਹੀ। ਸਤਿਗੁਰ ਕਹਿੰਦੇ ਕੋਟਨ ਮੈਂ ਨਾਨਕ ਕਹੂ। ਆਹ ਜਿਹੜੀ ਕਥਾ 3 ਦਿਨ ਤੋਂ ਸੁਣਦੇ ਆ ਰਹੇ ਹੋ ਨਾ, ਇਹਦੇ ਤੇ ਬਚਨ ਹੈ ਇਹ। ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਨਾਰਾਇਣ ਜਿਹੇ ਚੀਤ, ਜਿਹਦਾ ਚਿੱਤ ਰੱਬ ਰੂਪ ਹੋ ਗਿਆ, ਉਹ ਕਰੋੜਾਂ ਚੋਂ ਹੈ।
ਇੱਥੇ ਤੇ ਧਰਮੀ ਕੰਧਾਂ 'ਚ ਵੱਜਦੇ ਫਿਰਦੇ। ਆਖੋ ਸਤਨਾਮ। ਜਿਹਨੂੰ ਮਰਜ਼ੀ ਛੇੜ ਲਓ, ਮੈਂ ਧਰਮੀ, ਮੇਰੀ ਕਮਾਈ, ਮੇਰਾ ਪਰਿਵਾਰ ਉੱਥੋਂ ਜੁੜਿਆ, ਇੱਥੇ ਹੋਇਆ। ਇਹ ਕੀ ਹੈ? ਤੇ ਜੇ ਸਾਡੇ ਵਰਗੇ ਧਰਮੀ ਨੇ ਤੇ ਫਿਰ ਦੁਨੀਆ ਦੁਖੀ ਕਿਉਂ ਹੈ? ਧਰਮੀ ਬੰਦੇ ਦਾ ਕੰਮ ਪਰੌਂਠੇ ਖਾ ਕੇ ਸੌਣਾ ਥੋੜੀ ਹੈ, ਰੋਟੀਆਂ ਪਾੜ ਕੇ ਸੌਂ ਜਾਣਾ ਧਰਮ ਥੋੜੀ ਹੈ। ਧਰਮੀ ਬੰਦੇ ਦਾ ਕਰਮ ਹੈ ਜੇ ਉਹ ਆਪ ਸੁਖੀ ਆ, ਉਹ ਕਹਿੰਦਾ ਮੈਂ ਜੱਗ ਸੁਖੀ ਬਣਾਵਾਂ, ਮੈਂ ਚਿੱਕੜ ਵਿੱਚ ਵੜ ਕੇ ਦੂਜੇ ਨੂੰ ਇਸ ਗੰਦਗੀ ਚੋਂ ਕੱਢਾਂ। ਅੱਜ ਤੇ ਧਰਮ ਵੀ ਨਹੀਂ ਬਚਿਆ ਜੀ, ਬਹੁਤ ਬੁਰਾ ਹਾਲ ਹੈ। ਪਰ ਜਦੋਂ ਗੁਰਬਾਣੀ ਵੱਲ ਵੇਖਦੇ ਆ, ਇਸ ਧਰਮ ਵਰਗਾ ਉੱਚਾ ਧਰਮ ਹੀ ਦੁਨੀਆ ਤੇ ਕੋਈ ਨਹੀਂ। ਇਹ ਤੇ ਐਡਾ ਮਹਾਨ ਹੈ। ਤੇ ਸਾਡੀ ਬਿਰਤੀ ਕਿੱਥੇ ਖੜੀ ਹੈ? ਕਿਸੇ ਨੇ ਮੈਨੂੰ ਵੇਖ ਲਿਆ ਝੂਠ ਬੋਲਦਾ, ਮਾੜੇ ਕੰਮ ਕਰਦਾ, ਗਲਤ ਬੋਲਦਾ, ਗਾਲਾਂ ਕੱਢਦਾ, ਅਗਲਾ ਕਹਿੰਦਾ ਲੈ ਸਿੱਖ ਤੇ ਇਹੋ ਜਿਹੇ ਹੁੰਦੇ ਆ। ਭਾਈ ਮੇਰੇ ਵਰਗੇ ਨਹੀਂ ਸਿੱਖ ਹੁੰਦੇ, ਅਸੀਂ ਤੇ ਬਨਾਵਟੀਆਂ। ਕੋਸ਼ਿਸ਼ ਵੀ ਨਹੀਂ ਕੀਤੀ ਅਜੇ। ਸਿੱਖ ਤੇ ਉਹ ਨੇ ਜਿਨ੍ਹਾਂ ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜ ਗਏ। ਉਹ ਸੀ ਸਿੱਖ, ਉਹ ਸੀ ਸਿੰਘ। ਉਹਨਾਂ ਦਾ ਧਿਆਨ ਧਰਿਆ ਕਰ, ਸਾਡੇ ਵਰਗਿਆਂ ਦਾ ਥੋੜੀ। ਸਾਡੇ 'ਚ ਹਜ਼ਾਰਾਂ ਖਾਮੀਆਂ ਹੋਣਗੀਆਂ, ਹਜ਼ਾਰਾਂ, ਪਰ ਉਹਨਾਂ ਵਿੱਚ ਨਹੀਂ ਸੀ, ਕਿਉਂਕਿ ਉਹ ਕਰੋੜਾਂ 'ਚੋਂ ਸੀ। ਕੋਟਨ ਮੈਂ ਨਾਨਕ ਕਹੂੰ। ਜਦੋਂ ਰਾਏ ਬਲਾਰ ਜੀ ਨੂੰ ਮਹਾਰਾਜ ਨੇ ਕਿਹਾ ਵੀ ਤੇਰੀ ਹਉਮੈ ਤੇਰੀ ਬੁੱਧ ਵਿੱਚ ਆ ਕੇ ਵਸ ਗਈ, ਪਰ ਬੁੱਧ ਵੀ ਤੂੰ ਨਹੀਂ ਹੈ। ਇਹੋ ਜਿਹੇ ਹੁੰਦੇ ਆ ਵਿਰਲੇ। ਜੱਗ ਮੈਂ ਉਤਮ ਕਾਢੀ ਹੈ, ਵਿਰਲੇ ਕਈ ਕੇ। ਪਾਤਸ਼ਾਹ ਕਹਿੰਦੇ ਉਹ ਜੱਗ 'ਚ ਕੱਢੇ ਜਾਂਦੇ ਨੇ ਉਤਮ, ਪਰ ਹੁੰਦੇ ਵਿਰਲੇ ਆ। ਉਹ ਵਿਰਲਾ ਵਿਰਲਾ ਮਤਲਬ ਟਾਵਾਂ ਟਾਵਾਂ, ਕਰੋੜਾਂ ਲੱਖਾਂ 'ਚ ਕੋਈ ਇੱਕ ਅੱਧਾ ਜਿਹੜਾ ਸੱਚਾ ਸੁੱਚਾ ਅੰਦਰੋਂ ਬਾਹਰੋਂ ਇੱਕ ਹੈ। ਗੁਰਦੇਵ ਦੇ ਬਚਨ ਸੁਣ ਕੇ ਰਾਏ ਬੁਲਾਰ ਜੀ ਠਠੰਬਰ ਗਏ, ਇੱਕਦਮ ਹੈਰਾਨ ਹੋਏ। ਮੈਂ ਆਪਣੀ ਮਤ ਕਰਕੇ ਕਿੱਥੇ ਤੱਕ ਸੋਚਿਆ। ਬੰਦੇ ਦੀ ਅਕਲ ਜਾ ਸਕਦੀ ਰੱਬ ਤੱਕ? ਨਹੀਂ। ਬੰਦੇ ਦੀ ਮਤ ਤੇ ਰੱਬ ਦੇ ਦਰ ਤੱਕ ਨਹੀਂ ਪਹੁੰਚ ਸਕਦੀ, ਤੇ ਵੱਡਾ ਕਿੱਥੋਂ ਹੋ ਜਾਊਗਾ। ਅੱਜ ਸਾਨੂੰ ਸਾਡੀਆਂ ਸਿਆਣਪਾਂ ਹੀ ਲਈ ਫਿਰਦੀਆਂ। ਜੇ ਸਿੱਖ ਧਰਮ ਦੀ ਵੀ ਆਪਾਂ ਗੱਲ ਕਰੀਏ, ਕਿੰਨੀਆਂ ਜਥੇਬੰਦੀਆਂ ਬਣੀਆਂ। ਕੋਈ ਕਹਿੰਦਾ ਪਾਠ ਇੰਨਾ ਕਰੋ, ਕੋਈ ਕਹਿੰਦਾ ਇੰਨਾ ਕਰੋ। ਕਰਿਆ ਕਿੰਨਿਆਂ ਕਿੰਨੇ ਹੈ? ਕੋਈ ਕਹਿੰਦਾ ਰਾਹ ਰਹਿਸ ਇੰਨੀ ਪੜ੍ਹਿਆ ਕਰੋ, ਕੋਈ ਕਹਿੰਦਾ ਇੰਨੀ ਪੜ੍ਹੋ। ਪੜ੍ਹਦੇ ਕਿੰਨੇ ਕਿੰਨੇ? ਕੋਈ ਗੁਰਪ੍ਰਸਾਦ ਤੱਕ ਹੀ ਲੜੀ ਜਾਂਦਾ, ਮੂਲ ਮੰਤਰ ਇੰਨਾ। ਕੋਈ ਕਹਿੰਦਾ ਨਹੀਂ ਨਾਨਕ ਹੋਸੀ ਭੀ ਸੱਚ ਤੱਕ ਹੈ। ਪਰ ਇਹ ਦੱਸੋ ਦੋਨੇ ਡਾਂਗ ਛੋਟਾ ਛੱਡ ਕੇ ਵੀ ਕਮਾਈ ਕਿਹਨੇ ਕੀਤੀ ਇਹਨਾਂ 'ਚੋਂ? ਜਪਿਆ ਕਿਹਨੇ ਹੈ? ਸਿਮਰਿਆ ਕਿਹਨੇ ਹੈ? ਸਿਆਣਪਾਂ ਹੀ ਨੇ ਕੋਲੇ, ਚਤਰਾਈਆਂ ਹੀ ਨੇ। ਇਹਨਾਂ ਚਤਰਾਈਆਂ 'ਚੋਂ ਕੱਢ ਕੇ ਗੁਰੂ ਕਲਗੀਧਰ ਪਾਤਸ਼ਾਹ ਤੇ ਦੱਸੇ ਸਤਿਗੁਰਾਂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਅਸੀਂ ਤੇ ਸ਼ਬਦ ਦੇ ਅਰਥ ਵੀ ਆਪਣੀ ਮਰਜ਼ੀ ਨਾਲ ਕੱਢ ਲਏ, ਆਪਣੀ ਅਕਲ ਮੁਤਾਬਕ ਕੱਢ ਲਏ। ਜਿਵੇਂ ਦਾ ਕਿਸੇ ਨੂੰ ਠੀਕ ਲੱਗਦਾ ਉਵੇਂ ਦੇ ਅਰਥ ਕਰਕੇ ਪੈਸੇ ਬਟੋਰੀ ਜਾਂਦਾ। ਕਿੱਥੇ ਤੁਰੇ ਫਿਰਦੇ ਆ? ਗੁਰੂ ਨਾਨਕ ਸਾਹਿਬ ਦੇ ਬਚਨਾਂ ਨੇ ਕਹਿੰਦੇ ਅੰਦਰ ਤੱਕ ਕੰਬਾ ਦਿੱਤਾ ਰਾਏ ਬੁਲਾਰ ਜੀ ਨੂੰ ਵੀ ਆਹ ਮੈਂ ਆਖਰੀ ਆਪਣੀ ਮੱਤ ਨੂੰ ਸਮਝਿਆ ਸੀ ਵੀ ਇਹ ਮੈਂ ਹੋਣਾ, ਫਿਰ ਮੈਂ ਕੀ ਆ? ਉਹ ਮੈਨੂੰ ਵੀ ਅਜੇ ਤੱਕ ਸਮਝ ਨਹੀਂ ਆਉਂਦਾ। ਨਹੀਂ ਬੁੱਧ ਤੂੰ ਦੇਖ ਵਿਚਾਰ, ਮਿਲ ਜਾਸੋਂ ਭਾ ਜੀਵ ਦੁਖਾਰਾ। ਸਤਿਗੁਰ ਕਹਿੰਦੇ ਭਾਈ ਆਪਣੀ ਬੁੱਧ ਨੂੰ ਹੀ ਪੁੱਛ ਕੇ ਵੇਖ ਵੀ ਮੈਂ ਬੁੱਧ ਹਾਂ, ਮੈਂ ਇਹੀ ਹਾਂ। ਮਹਾਰਾਜ ਕਹਿੰਦੇ ਨਹੀਂ, ਇਹ ਬਦਲਦੀ ਰਹਿੰਦੀ ਹੈ। ਬਚਪਨ ਵਿੱਚ ਬੁੱਧ ਬੰਦੇ ਦੀ ਹੋਰ ਤਰ੍ਹਾਂ ਦੀ ਸੀ, ਜਵਾਨੀ 'ਚ ਹੋਰ ਤਰ੍ਹਾਂ ਦੀ ਹੋ ਗਈ, ਬੁਢਾਪੇ 'ਚ ਜਾ ਕੇ ਕਈ ਵਾਰ 70 ਤੋਂ ਬਾਅਦ ਮਹਾਰਾਜ ਕਹਿੰਦੇ 70 ਕਾ ਮਤਹੀਣ ਅਸੀਂ ਹਾਂ ਕਾ ਵਿਵਹਾਰ ਨਾ ਪਾਵੇ। 70 ਸਾਲਾਂ ਤੋਂ ਬਾਅਦ ਕਈ ਵਾਰ ਬੰਦਾ ਬੱਚਿਆਂ ਵਾਲੀਆਂ ਗੱਲਾਂ ਕਰਨ ਲੱਗ ਜਾਂਦਾ ਹੈ, ਹੱਸਣ ਖੇਡਣ ਲੱਗ ਪੈਂਦਾ, ਉਹੋ ਜਿਹੀਆਂ ਗੱਲਾਂ ਭੁੱਲ ਜਾਂਦਾ ਸਿਆਣਪਾਂ। ਗੁਰੂ ਸਾਹਿਬ ਕਹਿੰਦੇ ਬੁੱਧ ਤੇਰਾ ਰੂਪ ਨਹੀਂ ਹੈ ਰਾਜਨ, ਮਤ ਭੁਲੇਖਾ ਰੱਖੀ, ਤੂੰ ਆਪਣੇ ਆਪ ਨੂੰ ਪੁੱਛ ਕੇ ਤੇ ਵੇਖ। ਇਹ ਤੇ ਸ਼ਕਲਾਂ ਵਾਂਗ ਬਦਲਦੀ ਰਹਿੰਦੀ, ਸ਼ਕਲ ਬੰਦੇ ਦੀ ਇੱਕ ਰਹਿੰਦੀ ਹੈ। ਆਪਣੀਆਂ ਫੋਟੋਆਂ ਵੇਖੋ ਵਿਆਹ ਤੋਂ ਪਹਿਲਾਂ ਦੀਆਂ, ਹੁਣ ਦੀਆਂ ਵੇਖ ਲਓ, ਬਚਪਨ ਦੀਆਂ ਵੇਖ ਲਓ, 2 ਸਾਲ ਪਹਿਲਾਂ ਦੀਆਂ ਵੇਖ ਲਓ, ਚਿਹਰਾ ਬਦਲਦਾ ਹੀ ਰਹਿੰਦਾ ਹੈ, ਹਮੇਸ਼ਾ ਬਦਲਦਾ ਹੈ। ਇਸੇ ਤਰ੍ਹਾਂ ਬੰਦੇ ਦੀ ਬੁੱਧ ਦਾ ਵਿਕਾਸ ਹੁੰਦਾ ਰਹਿੰਦਾ, ਬਦਲਦੀ ਰਹਿੰਦੀ ਹੈ, ਘਟਦੀ ਰਹਿੰਦੀ ਹੈ। ਸਿਆਣਾ ਵੀ ਹੋ ਗਿਆ, ਝੱਲਾ ਵੀ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਇਹ ਤੇਰਾ ਰੂਪ ਵੀ ਨਹੀਂ ਹੈ, ਇਹ ਤੇ ਬਹੁਤ ਛੋਟੀ ਚੀਜ਼ ਹੈ। ਇਹਦਾ ਹੀ ਹੰਕਾਰ ਜਿਹਨੇ ਚੱਕਿਆ, ਕਹਿੰਦੇ ਉਹ ਸਾਰੇ ਦੁਖੀ ਨੇ। ਜ਼ਿੰਦਗੀ 'ਚ ਪਰਖੇ ਵੇਖੋ ਉਹਨਾਂ ਲੋਕਾਂ ਨੂੰ ਜਿਹੜਾ ਕਹਿੰਦਾ ਮੈਥੋਂ ਵੱਧ ਸਿਆਣਾ ਕੋਈ ਨਹੀਂ, ਮਾਫ਼ ਕਰਿਓ, ਉਹਨੂੰ ਸਿਆਣਾ ਨਾ ਸਮਝੋ, ਤੇ ਤਰਸ ਕਰੋ ਵੀ ਇਸ ਵਿਚਾਰੇ ਵਰਗਾ ਜੱਗ ਤੇ ਦੁਖੀ ਕੋਈ ਨਹੀਂ। ਆਖੋ ਸਤਨਾਮ। ਕਿਉਂਕਿ ਕਹਿੰਦਾ ਮੈਂ ਤੇ ਮੇਰਾ। ਨਾਮ ਜਪਣ ਵਾਲੇ ਕੀ ਕਹਿੰਦੇ ਆ? ਤੇਰਾ ਤੇਰਾ ਤੇਰਾ। ਜੇ ਮੇਰਾ ਹੋਊ ਤੇ ਪਰੇਸ਼ਾਨ ਕਰੂ। ਮੈਂ ਕਹਾਂ ਮੇਰੇ ਧੀ ਪੁੱਤ ਨੇ ਪਰ ਮੇਰੇ ਕਹਿਣੇ ਤੋਂ ਬਾਹਰ ਨੇ, ਤੇ ਮੈਂ ਦੁਖੀ ਆ ਨਾ। ਜਿਹਨੇ ਕਿਹਾ ਰੱਬਾ ਤੇਰੀ ਦਾਤ ਹੈ, ਮੈਂ ਨਹੀਂ ਵੀ ਹੋਊਂਗਾ ਤਾਂ ਵੀ ਵਸਣਗੇ।
ਤੇ ਫਿਰ ਦੁੱਖ ਕਾਹਦਾ ਹੈ? ਨਹੀਂ ਕਹਿਣਾ ਮੰਨਦਾ ਤਾਂ ਕੀ ਹੋਇਆ? ਅਸੀਂ ਕਿਹੜਾ ਕਿੰਨਾ ਕੁ ਮੰਨਦੇ ਸੀ ਬਚਪਨ 'ਚ, ਜਵਾਨੀ 'ਚ ਕਹਿਣਾ ਮਾਪਿਆਂ ਜੀ ਇਹ ਸਾਡਾ ਨਹੀਂ ਮੰਨਦੇ। ਸਮਝ ਗਿਆ ਨਾ ਬੰਦਾ? ਬੁੱਤ ਨਹੀਂ ਸੋਚਣਾ ਨਾ। ਤੇ ਜਿਹਨੇ ਆਪਣੀ ਬੁੱਧ ਨੂੰ ਘੋਟਾ ਹੋਮੇ ਦਾ ਲਾਇਆ, ਉਹ ਕਹਿੰਦਾ ਮੈਨੂੰ ਦੱਸੇ ਬਿਨਾਂ ਘਰੋਂ ਪੈਰ ਬਾਹਰ ਰੱਖ ਕੇ ਮਿਲਿਆ, ਤੂੰ ਕੌਣ ਹੋਣਾ ਮੇਰੇ ਤੋਂ ਚੋਰੀ ਇਹ ਕੰਮ ਕਰਨ ਵਾਲਾ? ਬੁੱਧ ਕਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਬੁੱਧੀਵਾਨ ਲੋਕ ਸਦਾ ਦੁਖੀ ਹੁੰਦੇ ਆ। ਰਾਵਣ ਤੋਂ ਵੱਧ ਕੋਈ ਬੁੱਧੀਵਾਨ ਸੀ? 10 ਸਿਰ ਮੰਨੇ ਜਾਂਦੇ ਉਹਦੇ, ਭਾਵ 10 ਦਿਮਾਗਾਂ ਜਿੰਨਾ ਦਿਮਾਗ ਸੀ ਉਹਦਾ। ਔਰੰਗਜ਼ੇਬ ਕਹਿੰਦਾ ਸੀ ਮੈਥੋਂ ਵੱਧ ਸਿਆਣਾ ਬੁੱਧੀਵਾਨ ਕੋਈ ਨਹੀਂ। ਕੀ ਹਾਲਤ ਹੋਈ ਉਹਨਾਂ ਦੀ? ਵੱਡੇ ਵੱਡੇ ਸਿਆਣੇ ਜਗ ਤੇ ਦੁਖੀ ਵੇਖੇ ਨੇ। ਪੰਚ ਭੂਤ ਮੈਂ ਤੁਮ ਗਨ ਜੋਈ, ਤੇ ਬਨਿਓ ਠੂਲ ਸਭ ਕੋਈ। ਹੁਣ ਸਤਿਗੁਰ ਨਿਚੋੜ ਕੱਢ ਕੇ ਦੱਸਣ ਲੱਗੇ, ਕਹਿੰਦੇ ਰਾਏ ਬੁਲਾਰ ਜੀ ਜਿਹੜਾ ਤਮੋ ਗੁਣ ਹੈ ਨਾ, ਜਦੋਂ ਇਹ 5 ਤੱਤਾਂ ਨਾਲ ਮਿਲਿਆ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਇਹ 'ਚ ਤਮੋ ਗੁਣ ਮਿਲਿਆ। ਤੇ ਕਹਿੰਦੇ ਬੰਦੇ ਦਾ ਸਥੂਲ ਸਰੀਰ ਬਣਿਆ, ਜਿਹੜੀ ਬਾਡੀ ਆਪਣੀ ਇਹ 5 ਤੱਤਾਂ ਦੀ ਹੈ। ਬਣੀ ਕਦੋਂ ਹੈ? ਜਦੋਂ ਤਮੋ ਗੁਣ ਆ ਗਿਆ। 3 ਤਰ੍ਹਾਂ ਦੇ ਗੁਣ ਨੇ, ਹੈ ਮਾਇਆ ਦੇ ਆ। ਗੁਰਬਾਣੀ ਕਹਿ ਰਹੀ ਹੈ। ਹੁਣ ਤੁਸੀਂ ਕਹੋਗੇ ਤਮੋ ਗੁਣ ਕੀ ਹੈ, ਸਤੋ ਗੁਣ ਕੀ ਹੈ, ਰਜੋ ਗੁਣ ਕੀ ਹੈ? ਮੈਂ ਸੌਖਾ ਜਿਹਾ ਦੱਸ ਦਿਆਂ, ਕਿਉਂਕਿ ਜੇ ਇਸ ਪਾਸੇ ਚਲੇ ਗਏ ਨਾ ਬਹੁਤ ਲੰਬਾ ਪ੍ਰਸੰਗ ਹੋ ਜਾਣਾ। ਬਾਣੀ ਲਿਖਦੀ ਆ ਰਜ ਗੁਣ ਤਮ ਗੁਣ ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਮਾਇਆ ਦੇ 3 ਰੂਪ ਨੇ। ਰਜੋ ਗੁਣ ਕੀ ਹੈ, ਤਮੋ ਗੁਣ ਕੀ ਹੈ? ਤਮੋ ਗੁਣ ਕਹਿ ਲਓ ਸੌਖਾ ਸਮਝਣ ਲਈ, ਮਾਸ ਮੱਛੀ ਆਂਡੇ ਖਾਣ ਵਾਲਾ, ਬਹੁਤੇ ਮਸਾਲੇ ਖਾਣ ਵਾਲਾ, ਬਹੁਤੇ ਤੜਕ ਭੜਕ ਕੱਪੜੇ ਪਾਉਣ ਵਾਲਾ, ਲਿਪਾ ਪੋਚੀ ਕਰਨ ਵਾਲਾ ਬੰਦਾ ਤਾਮਸੀ ਬਿਰਤੀ ਦਾ ਬੰਦਾ ਹੈ। ਮਤਲਬ ਪਰੇਸ਼ਾਨ ਹੀ ਰਹੂਗਾ। ਹੁਣ ਜਿਹੜਾ ਬੰਦਾ ਇਹ ਚੀਜ਼ਾਂ ਖਾਂਦਾ ਉਹਨੂੰ ਗੁੱਸਾ ਬਹੁਤ ਆਊਗਾ, ਉਹ ਲੜਾਕਾ ਬੜਾ ਹੈ, ਉਹ ਕਾਮੀ ਬੜਾ ਹੈ, ਉਹ ਵਹਿਮੀ ਬੜਾ ਹੈ, ਜਿਹਦੇ ਵਿੱਚ ਤਮੋ ਗੁਣ ਹੈ। ਹੁਣ ਜਿਹਦੇ ਵਿੱਚ ਰਜੋ ਗੁਣ ਹੈ, ਉਹ ਰੱਜੀ ਜੀ ਬਿਰਤੀ ਵਾਲਾ ਬੰਦਾ ਹੈ। ਕਿਸੇ ਨੇ ਕੁਝ ਦੇਤਾ ਠੀਕ ਹੈ, ਇੱਜ਼ਤ ਕਰਤੀ ਠੀਕ ਹੈ, ਮਾੜਾ ਕਹਿਤਾ ਕੋਈ ਗੱਲ ਨਹੀਂ, ਫਿਰ ਕੀ ਹੋਇਆ? ਰੱਜਿਆ ਹੋਇਆ। ਇੱਕ ਹੈ ਸਤੋ ਗੁਣ, ਉਹ ਕਹਿੰਦਾ ਕੋਈ ਚੰਗਾ ਕਹੇ ਨਾ ਕਹੇ ਆਪਾਂ ਆਸ ਹੀ ਨਹੀਂ ਰੱਖਦੇ। ਸਾਦਗੀ ਦੇ ਕੱਪੜੇ, 2 ਹੀ ਕੱਪੜੇ ਪਾਏ ਆ ਸਿਰਫ ਸਰੀਰ ਕੱਜਣ ਵਾਸਤੇ। ਉਹ ਕਹਿੰਦੇ ਕੱਪੜੇ ਕਾਹਦੇ ਵਾਸਤੇ? ਡਿਜ਼ਾਈਨ ਦੀ ਕੀ ਲੋੜ ਹੈ? ਤਨ ਢਕਣਾ ਹੈ, ਮਰਿਆਂ ਬਾਅਦ ਵੀ ਕੱਫਣ ਹੀ ਪੈਣਾ, ਜਿਉਂਦੇ ਵੀ ਪਾਇਆ। ਉਹ ਸਤੋ ਗੁਣੀ ਨੇ। ਹੁਣ ਕੱਪੜੇ ਮੈਲੇ ਹੋ ਗਏ ਤਾਂ ਵੀ ਰੌਲਾ ਕੋਈ ਨਹੀਂ, ਬਹੁਤੇ ਸੋਹਣੇ ਪਾ ਲਏ ਤਾਂ ਵੀ ਰੌਲਾ ਕੋਈ ਨਹੀਂ, ਬਿਰਤੀ ਸੰਤੋਖੀ ਹੋਈ ਹੈ, ਉਹ ਹੈ ਸਤੋ ਗੁਣ। ਮਰਦ ਕਹਿੰਦੇ ਜਦੋਂ ਸਰੀਰ ਬਣਿਆ, ਜਿਨ੍ਹਾਂ ਦੇ ਸਰੀਰ ਵਿੱਚ ਤਮੋ ਗੁਣ ਪੈ ਗਿਆ, ਤੇ ਇਹ ਸਰੀਰ ਬਣ ਗਿਆ ਸਾਰੇ ਮਨੁੱਖਾਂ ਦਾ। ਜਿੰਨੀ ਸ੍ਰਿਸ਼ਟੀ ਬਣੀ ਆ ਨਾ, ਇਹ ਤਮੋ ਗੁਣ ਤੋਂ ਬਣੀ ਹੋਈ ਹੈ। ਮੈਨੂੰ ਅਜੇ ਵੀ ਟੈਨਸ਼ਨ ਹੈ ਇਸ ਗੱਲ ਦੀ ਵੀ ਤਮੋ ਗੁਣ ਦਾ ਵਿਸ਼ਾ ਤੁਹਾਡੀ ਸਮਝ 'ਚ ਨਹੀਂ ਆ ਰਿਹਾ। ਬੇਸ਼ੱਕ ਮੈਂ ਬੜਾ ਇਹਨੂੰ ਸੌਖਾ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਇਹ ਚੀਜ਼ਾਂ ਬੜੀਆਂ ਗਹਿਰੀਆਂ ਨੇ। ਰਾਏ ਬੁਲਾਰ ਜੀ ਨੂੰ ਸਤਿਗੁਰ ਕਹਿੰਦੇ ਜਦੋਂ ਤਮੋ ਗੁਣ ਪਿਆ 5 ਤੱਤਾਂ 'ਚ, ਅੱਗ ਪਾਣੀ ਮਿੱਟੀ ਹਵਾ ਆਕਾਸ਼, ਜੀ ਤੋਂ ਆ ਸਰੀਰ ਬਣਿਆ। ਇਹ ਸਰੀਰ ਬਣ ਗਿਆ ਕਿਵੇਂ? ਜੇ ਹੁਣ ਆਪਾਂ ਅੱਗ ਪਾਣੀ ਮਿੱਟੀ ਹਵਾ ਆਕਾਸ਼ ਸਾਇੰਟਿਸਟ ਇਕੱਠੀ ਕਰਦੇ, ਬਾਡੀ ਕਿਉਂ ਨਹੀਂ ਬਣਦੀ? ਸਰੀਰ ਕਿਉਂ ਨਹੀਂ ਬਣਦਾ? ਕਹਿੰਦੇ ਇਹ 'ਚ ਤਮੋ ਗੁਣ ਮਾਇਆ ਦਾ ਪਰਮਾਤਮਾ ਨੇ ਪਾਇਆ। ਮਾਇਆ ਨੋਟਾਂ ਨੂੰ ਨਹੀਂ ਕਹਿੰਦੇ, ਮੈਂ ਬੜੀ ਵਾਰ ਕਿਹਾ। ਉਹ ਹਰ ਚੀਜ਼ ਮਾਇਆ ਰੱਬ ਦੀ ਬਣਾਈ, ਜਿਹਦੇ ਵਿੱਚ ਬੰਦੇ ਨੂੰ ਰੱਬ ਚੇਤੇ ਨਹੀਂ ਆਉਂਦਾ। ਪਤਨੀ ਵੀ ਮਾਇਆ ਪਤੀ ਲਈ, ਜੇ ਰੱਬ ਯਾਦ ਨਹੀਂ ਹੈ। ਜੇ ਪਤੀ ਨੂੰ ਵੇਖ ਕੇ ਪਤਨੀ ਨੂੰ ਰੱਬ ਚੇਤੇ ਨਹੀਂ ਆਉਂਦਾ, ਉਹਦੇ ਲਈ ਉਹ ਮਾਇਆ। ਜੇ ਧੀਆਂ ਪੋਤਾਂ ਪੋਤਿਆਂ ਨੂੰ ਵੇਖ ਕੇ ਰੱਬ ਦਾ ਸ਼ੁਕਰ ਨਾ ਕਦੇ ਕੀਤਾ, ਤੇ ਉਹ ਵੀ ਮਾਇਆ ਹੀ ਨੇ। ਮਾਇਆ ਇੱਕ ਜੋਤ ਹੈ ਰੱਬ ਦੀ, ਉਹਦੀ ਖੇਡ ਹੈ। ਕਹਿੰਦੇ ਜਦੋਂ ਤਮੋ ਗੁਣ ਇਸ ਸਰੀਰ ਵਿੱਚ ਪਿਆ, ਸੰਸਾਰ ਵਿੱਚ ਸਰੀਰ ਦੀ ਉਤਪਤੀ ਹੋਈ ਹੈ। ਇਨਮੇ ਅੰਸ਼ ਜੋ ਰਜ ਗੁਣ ਨੀਕਾ, ਤੇ ਨਿਰਮਾਈ ਸਰਬ ਰਖੀਕਾ। ਕਹਿੰਦੇ ਹੁਣ ਜਿਹੜੇ ਇੰਦਰੇ ਬਣੇ ਸੀ ਸਾਡੇ, ਗਿਆਨ ਇੰਦਰੇ ਕਰਮ ਇੰਦਰੇ ਸਰੀਰ ਦਾ ਹੀ ਪਾਰਟ ਨੇ ਨਾ। ਹੁਣ ਜਦੋਂ ਇਸ ਮਾਇਆ ਦਾ ਜਿਹੜਾ ਰੂਪ ਹੈ ਰਜੋ ਗੁਣ, ਉਹ 5 ਤੱਤਾਂ ਨਾਲ ਮਿਲਿਆ, ਕੰਨ ਸੁਣਨ ਲੱਗ ਪਏ, ਅੱਖਾਂ ਵੇਖਣ ਲੱਗ ਗਈਆਂ, ਜ਼ੁਬਾਨ ਬੋਲਣ ਲੱਗ ਗਈ, ਪੈਰ ਚੱਲਣ ਲੱਗ ਗਏ, ਚਮੜੀ ਛੋਹਣ ਲੱਗ ਗਈ, ਨੱਕ ਸਾਹ ਲੈਣ ਲੱਗ ਗਿਆ। ਇਹ ਕੀ ਹੈ? ਰਜੋ ਗੁਣ। ਤੱਤ ਉਹੀ ਨੇ। 5 ਤੱਤਾਂ ਨੂੰ ਜਦੋਂ ਤਮੋ ਗੁਣ ਮਿਲਿਆ ਤੇ ਸਰੀਰ ਬਣ ਗਿਆ ਸਾਰਾ ਮਾਤਾ ਦੇ ਪੇਟ ਵਿੱਚ। ਜਦੋਂ ਪਰਮਾਤਮਾ ਨੇ ਰਜੋ ਗੁਣ ਮਿਲਾਤਾ, ਸਵਾਸ ਚੱਲ ਪਏ, ਸੈਂਸਸ ਆ ਗਈਆਂ 5 ਦੀਆਂ 5। ਇਹਨੂੰ ਪਤਾ ਮੇਰਾ ਕੌਣ ਹੈ, ਤੇਰਾ ਕੌਣ ਹੈ, ਆਹ ਕੀ ਹੈ, ਆਹ ਕੀ ਹੈ, ਵੇਖਣਾ ਸੁਣਨਾ ਮੰਨਣਾ ਸਭ ਜਾਣਨ ਲੱਗ ਗਿਆ। ਕਹਿੰਦੇ ਹੈ ਇਹ ਵੀ ਮਾਇਆ ਦੀ ਖੇਡ,
ਇਹ ਵੀ ਮਾਇਆ ਤੋਂ ਬਣਿਆ ਏ। ਤਾਮ ਹੀ ਸਤਗੁਣ ਅੰਸ ਸੁਹਾਵਾ, ਤੇਹ ਤੇ ਅੰਤ ਹੈ ਕਰਨ ਬਣਾਵਾ। ਗੁਰਦੇਵ ਕਹਿੰਦੇ ਸਤੋ ਗੁਣ ਗੁਣ ਹੈ ਪਰਮਾਤਮਾ ਦਾ, ਰੱਬ ਦਾ। ਜਦੋਂ ਪਰਮਾਤਮਾ ਨੇ ਆਪਣੇ ਸਤੋ ਗੁਣ ਦੀ ਅੰਸ਼ ਪੰਜਾਂ 'ਚ ਹੀ ਪਾਤੀ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਕਹਿੰਦੇ ਉਹ ਤੋਂ ਚਾਰ ਚੀਜ਼ਾਂ ਬਣੀਆਂ, ਚਾਰ ਚੀਜ਼ਾਂ ਜਿਹਨੂੰ ਕਹਿੰਦੇ ਅੰਤਸ਼ ਕਰਨ। ਬਾਣੀ 'ਚ ਸ਼ਬਦ ਪੜ੍ਹਦੇ ਹੋ ਆਪ, ਅੰਤਹਿ ਕਰਨ ਕਿੱਥੋਂ ਬਣਿਆ? ਰੱਬ ਤੋਂ। ਤੇ ਫਿਰ ਉਹ ਰੱਬ ਦੀ ਜਿਹੜੀ ਜੋਤ ਹੈ ਉਹ ਅੰਦਰ ਵਸੀ, ਉਹ ਜੋਤ ਦੇ ਵਸਣ ਕਰਕੇ ਸਵਾਸ ਚੱਲਦੇ ਆ, ਸਵਾਸਾਂ ਕਰਕੇ ਪੰਜੇ ਇੰਦਰੇ ਗਿਆਨ ਤੇ ਕਰਮ ਕੰਮ ਕਰਦੇ ਆ, ਹੁਣ ਪੰਜਾਂ ਦਸਾਂ ਕਰਕੇ ਸਰੀਰ ਕੰਮ ਕਰਦਾ, ਇਦਾਂ ਚੱਲਦਾ ਸਮਾਨ। ਹੁਣ ਜਿਹੜੀ ਉਹ ਸਤੋ ਗੁਣ ਦੀ ਅੰਸ਼ ਅੰਦਰ ਆਈ ਉਹ ਕੀ ਹੈ? ਪਰਮੇਸ਼ਰ ਰੂਪ ਹੈ, ਅੰਤਸ਼ਕਰਨ ਬਣਿਆ ਅੰਦਰ ਦਾ, ਜਿਸ ਕਰਕੇ ਮਨੁੱਖ ਨੂੰ ਦੁਨੀਆਦਾਰੀ ਦੀ ਸਮਝ ਹੁੰਦੀ ਹੈ। ਕਾਰ ਭਇਓ ਸੋ ਜਾਨੋ, ਮਨ ਬੁੱਧ ਚਿੱਤ ਹੰਕਾਰ ਪਛਾਨੋ। ਹੁਣ ਪਰਮਾਤਮਾ ਦੀ ਅੰਸ਼ ਤੋਂ ਸਤੋ ਗੁਣ ਤੋਂ ਚਾਰ ਚੀਜ਼ਾਂ ਬਣੀਆਂ, ਚਾਰ, ਜਿਨ੍ਹਾਂ ਚੋਂ ਆਪਾਂ ਕੱਲ ਸੁਣਿਆ ਨਾ, ਮਨ ਤੂੰ ਜੋਤ ਸਰੂਪ ਹੈ। ਕਿਉਂ ਕਿਹਾ ਸੀ? ਕਹਿੰਦੇ ਉਸ ਅੰਸ਼ ਤੋਂ ਪਹਿਲਾਂ ਬਣਿਆ ਮਨ, ਸਾਡਾ ਮਨ ਜੋ ਸਿਰਫ ਫੁਰਨੇ ਕਰਦਾ, ਸਵਾਲ ਕਰਦਾ, ਖਿਆਲ ਦਿੰਦਾ, ਇਹਦਾ ਕੰਮ ਹੋਰ ਕੋਈ ਨਹੀਂ ਹੈ। ਪਹਿਲਾ ਮਨ, ਦੂਜਾ ਬੁੱਧ ਜਿਹਦਾ ਜ਼ਿਕਰ ਗੁਰੂ ਸਾਹਿਬ ਕਰਦੇ, ਮਤ ਕਹਿੰਦੇ ਆ, ਤੀਜਾ ਚਿੱਤ। ਆਪਾਂ ਕਹਿੰਦੇ ਮੈਨੂੰ ਚੇਤਾ ਨਹੀਂ ਆਉਂਦਾ, ਮੇਰੇ ਚਿੱਤ ਚੇਤੇ ਹੀ ਨਹੀਂ, ਉਹ ਕੀ ਹੈ? ਰੱਬ ਦਾ ਗੁਣ ਹੈ। ਮਨ, ਬੁੱਧ, ਚਿੱਤ ਤੇ ਚੌਥਾ ਹੈ ਵਿਕਾਰ। ਵਿਕਾਰ ਕੀ ਹੈ? ਸੂਖਸ਼ਮ ਹਉਮੈ, ਰੱਬ ਦੀ ਪਾਈ ਹੋਈ, ਜਿਸ ਕਰਕੇ ਪਤਾ ਲੱਗਦਾ ਇਹ ਮੈਂ ਆ, ਇਹ ਤੂੰ ਹੈ। ਉਹ ਹੰਕਾਰ ਵਾਲੀ ਹਉਮੈ ਨਹੀਂ, ਸਿਰਫ ਆਪਣੀ ਪਛਾਣ ਵਾਸਤੇ, ਆਪਣੀ ਆਇਡੈਂਟੀਟੀ ਵਾਸਤੇ। ਕਿਸੇ ਨੇ ਬੋਲਿਆ ਫਲਾਣਾ ਸਿੰਘ ਕੌਣ ਹੈ? ਕਹਿੰਦਾ ਜੀ ਹਾਜ਼ਰ। ਤੈਨੂੰ ਕਿਵੇਂ ਪਤਾ ਹੈ? ਕਿਉਂਕਿ ਮੇਰੀ ਸਮਝ ਕਹਿੰਦੀ ਹੈ ਮੇਰਾ ਨਾਮ ਹੀ ਤੇ ਬੋਲਿਆ, ਮੈਂ ਹੀ ਤੇ ਹਾਂ। ਭਗਤਾਂ ਨੇ ਬਾਣੀ 'ਚ ਕਿਹਾ ਨਾ, ਭਗਤ ਰਵਿਦਾਸ ਕਹਿੰਦੇ ਆ ਮੈਂ ਰਵਿਦਾਸ ਹਾਂ, ਭਗਤ ਕਬੀਰ ਕਹਿੰਦੇ ਮੈਂ ਕਬੀਰ ਹਾਂ। ਜਾਤ ਜੁਲਾਹਾ ਮਤ ਕਾ ਤੀਰ, ਸਹਿਜ ਸਹਿਜ ਗੁਣ ਰਵੈ ਕਬੀਰ। ਉਹ ਨਾਮ ਬੋਲਿਆ ਆਪਣਾ ਉਹਨਾਂ ਨੇ। ਉਹ ਕੀ ਹੈ? ਅੰਦਰ ਦਾ ਵਿਕਾਰ। ਵਿਕਾਰ ਆ ਬਾਹਰਲੇ ਵਿਕਾਰ ਨਹੀਂ ਹੈਗੇ ਵੀ ਮਾੜੇ ਕੰਮਾਂ ਨੂੰ ਕਹਿੰਦੇ ਆ, ਇਹ ਰੱਬ ਦੀ ਅੰਸ਼ ਹੈ। ਜਿਸ ਕਰਕੇ ਸਮਝ ਆ ਰਹੀ ਹੈ ਰਜੋ ਗੁਣ, ਤਮੋ ਗੁਣ, ਸਤੋ ਗੁਣ ਤਿੰਨੇ ਮਾਇਆ ਦਾ ਰੂਪ ਹਨ। ਇਨ ਕੀ ਬਿਦ ਸਭ ਜਾਨੋ ਐਸੇ, ਤਵ ਸਰੂਪ ਕੇ ਆਸਰ ਜੈਸੇ। ਸਤਿਗੁਰੂ ਕਹਿੰਦੇ ਇਹ ਤੇਰਾ ਰੂਪ ਨਹੀਂ। ਮਨ ਹੋ ਗਿਆ, ਬੁੱਧ ਹੋ ਗਈ, ਚਿੱਤ ਹੋ ਗਿਆ, ਵਿਕਾਰ ਹੋ ਗਿਆ, ਇਹ ਤੇਰਾ ਰੂਪ ਨਹੀਂ। ਤੂੰ ਇੰਨਾ ਕਰਕੇ ਹੈ ਆਪਣੇ ਆਪ ਨੂੰ ਪਛਾਣਦਾ ਹੈ। ਇਹ ਕਾਰਨ ਨੇ ਤੇਰੇ ਪਛਾਣਨ ਦੇ, ਪਰ ਤੂੰ ਇਹਨਾਂ ਤੋਂ ਵੱਖ ਹੈ, ਇਹਨਾਂ ਤੇ ਕਾਬਜ ਹੈ। ਇਹ ਤੇਰੇ ਕਰਕੇ, ਤੂੰ ਇੰਨਾ ਕਰਕੇ ਹੈ ਕਿਉਂਕਿ ਤੂੰ ਤੇ ਆਤਮਾ ਹੈ। ਆਤਮਾ ਮਨ ਨਹੀਂ ਹੈ, ਆਤਮਾ ਚਿੱਤ ਵੀ ਨਹੀਂ ਹੈ, ਆਤਮਾ ਮਤ ਵੀ ਨਹੀਂ ਹੈ, ਆਤਮਾ ਅੰਦਰ ਦਾ ਹੰਕਾਰ ਵੀ ਨਹੀਂ ਹੈ। ਇਹ ਚਾਰ ਚੀਜ਼ਾਂ ਰੱਬ ਦੇ ਪ੍ਰਕਾਸ਼ ਜੋਤ ਤੋਂ ਬਣੀਆਂ। ਤੂੰ ਹੈ ਇਹਨਾਂ ਦਾ ਹੀ ਰੂਪ ਹੈ, ਇਹ ਤੇਰਾ ਰੂਪ ਨਹੀਂ। ਇੱਕ ਸਮਝਣ ਵਾਲਾ ਪਹੇਲੀ ਤੇ ਭੁਲੇਖਾ ਹੈ। ਇਹ ਤੇਰੇ ਰੂਪ ਤੋਂ ਨੇ, ਤੂੰ ਇਹਨਾਂ ਤੋਂ ਨਹੀਂ ਹੈ। ਮਨ ਕੀ ਤੋਂ ਬਣਿਆ? ਰੱਬ ਦੀ ਅੰਸ਼ ਤੋਂ। ਚਿੱਤ ਬੁੱਧ ਵਿਕਾਰ ਕੀ ਤੋਂ ਬਣਿਆ? ਰੱਬ ਦੀ ਅੰਸ਼ ਤੋਂ, ਰੱਬ ਦੀ ਜੋਤ ਤੋਂ। ਬੜੇ ਲੋਕ ਇੱਥੇ ਤੁਰੇ ਫਿਰਦੇ, ਅੱਖਾਂ ਤੋਂ ਦਿਸਦਾ, ਕੰਨਾਂ ਤੋਂ ਸੁਣਦਾ, ਪਰ ਸਮਝ ਨਹੀਂ ਪਾਉਂਦੇ, ਮੰਨ ਨਹੀਂ ਰਹੇ। ਹੁਣ ਜਿਹਨੂੰ ਆਪਾਂ ਪਾਗਲ ਕਹਿ ਦਿੰਦੇ ਆ, ਮੈਂਟਲ ਕਹਿ ਦਿੰਦੇ ਆ, ਉਹਦੀ ਮੈਂਟਲ ਸਥਿਤੀ ਡਾਊਨ ਕਿਉਂ ਹੈ? ਕਿਉਂਕਿ ਉਹਦਾ ਮਨ ਹੈ, ਮਨ ਫੁਰਨੇ ਕਰਦਾ, ਉਹ ਵੀ ਛੁੱਟਣਾ ਚਾਹੁੰਦਾ, ਮੈਨੂੰ ਸੰਗਲਾਂ ਤੋਂ ਖੋਲੋ, ਪਰ ਉਹਦੀ ਬੁੱਧ ਕੰਮ ਨਹੀਂ ਕਰ ਰਹੀ। ਉਹਦੇ ਚਿੱਤ 'ਚ ਯਾਦ ਹੀ ਨਹੀਂ ਰਹਿੰਦਾ ਕੁਛ ਵੀ ਮੇਰਾ ਮਾਂ ਕੌਣ ਹੈ, ਬਾਪ ਕੌਣ ਹੈ, ਭਰਾ ਕੌਣ ਹੈ, ਭੈਣ ਕੌਣ ਹੈ, ਉਹਨੂੰ ਪਤਾ ਕੁਛ ਨਹੀਂ ਪਤਾ। ਤੇ ਉਹਨੂੰ ਇਹ ਹੰਕਾਰ ਵੀ ਨਹੀਂ। ਉਹਨੂੰ ਕੋਈ ਪੁੱਛੇ ਤੂੰ ਕੌਣ ਹੈ, ਹੱਸ ਕੇ ਸਾਰ ਦਿੰਦਾ। ਫਿਰ ਉਹਨੂੰ ਅਸੀਂ ਕੀ ਕਹਿੰਦੇ? ਪਾਗਲ ਹੈ, ਤੇ ਇਹਨੂੰ ਤੇ ਪਤਾ ਹੀ ਨਹੀਂ ਆਪਣੇ ਆਪ ਦਾ, ਨਾ ਸਮਝ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੇਰੀ ਆਤਮਾ ਦੇ ਰੂਪ ਤੋਂ ਇਹ ਚਾਰੇ ਬਣੀਆਂ ਹਨ। ਰਥ ਰੂਪੀ ਜੋ ਅਹੈ ਸਰੀਰ, ਤੇਹ ਤਰੰਗ ਇੰਦਰੀ ਲਖ ਧੀਰਾ। ਬੜਾ ਸੋਹਣਾ ਪ੍ਰਮਾਣ ਦੇ ਕੇ ਸਤਿਗੁਰੂ ਸਮਝਾਉਂਦੇ ਆ, ਕਹਿੰਦੇ ਸਰੀਰ ਹੈ ਰਥ। ਮੰਨ ਲਓ 4 ਪਹੀਆ ਵਾਹਨ ਸਰੀਰ ਹੈ ਸਾਡਾ। ਹੁਣ ਇਸ ਰੱਥ ਨੂੰ ਚਲਾਉਣ ਵਾਸਤੇ ਘੋੜਿਆਂ ਦੀ ਲੋੜ ਹੁੰਦੀ ਹੈ। ਪੁਰਾਣੇ ਸਮਿਆਂ 'ਚ ਘੋੜੇ ਹੁੰਦੇ ਸੀ,
ਜੁੜੇ ਜਾਂਦੇ ਸੀ ਰਾਜੇ ਮਹਾਰਾਜਿਆਂ ਦੇ ਰੱਥ 'ਚ। ਸਤਿਗੁਰ ਕਹਿੰਦੇ ਤੇਰੇ 5 ਗਿਆਨ ਇੰਦਰੇ 5 ਕਰਮ ਇੰਦਰੇ ਇਸ ਰੱਥ ਦੇ 10 ਘੋੜੇ ਨੇ, ਆਹੀ ਤੇ ਖਿੱਚੀ ਫਿਰਦੇ ਆ। ਅੱਖਾਂ ਕਹਿੰਦੀਆਂ ਮੈਨੂੰ ਉਹ ਸੋਹਣਾ ਲੱਗਦਾ ਹੈ, ਕੰਨ ਕਹਿੰਦੇ ਮੈਨੂੰ ਉਹਦੀ ਆਵਾਜ਼ ਸੋਹਣੀ ਲੱਗਦੀ ਹੈ, ਜ਼ੁਬਾਨ ਕਹਿੰਦੀ ਮੈਨੂੰ ਉੱਥੇ ਸਵਾਦ ਲੱਗਦਾ ਹੈ, ਮੈਂ ਤੇ ਖਾਣਾ ਹੀ ਉੱਥੇ ਖਾਣਾ ਹੈ, ਤੇ ਜੀਭ ਕਹਿੰਦੀ ਮੈਨੂੰ ਚੰਗਾ ਹੀ ਕੋਈ ਨਹੀਂ ਲੱਗਦਾ, ਮੈਂ ਹੀ ਮਾਇਆ। ਇਹ 10 ਘੋੜੇ ਹੋ ਗਏ ਨਾ, ਜੋ ਸਾਡੇ 5 ਗਿਆਨ ਇੰਦਰੇ 5 ਕਰਮ ਇੰਦਰੇ ਹੋ ਗਏ। ਸਰੀਰ ਸਾਡਾ ਰੱਥ ਹੋ ਗਿਆ। ਹੁਣ ਰੱਥ ਚੱਲਦਾ ਘੋੜਿਆਂ ਨਾਲ। ਅੱਗੇ ਰਾਜੇ ਮਹਾਰਾਜਿਆਂ ਦੇ ਰੱਥਾਂ ਨੂੰ ਘੋੜੇ ਖਿੱਚਦੇ ਸੀ। ਇਹ ਜਿੰਨੇ ਘੋੜੇ ਆ ਇੰਦਰੇ, ਘੋੜਾ ਚਲਾਕ ਹੁੰਦਾ, ਚੰਚਲ ਘੋੜਾ ਹੁੰਦਾ, ਅੱਖਾਂ ਚੰਚਲ ਨਹੀਂ, ਨੱਕ ਚੰਚਲ ਨਹੀਂ ਹੈ। ਕੋਲੋਂ ਲੰਘੇ ਬੰਦੇ ਦੀ ਖੁਸ਼ਬੂ ਬਦਬੂ ਦਾ ਉਹਦੀ ਦੱਸ ਦਿੰਦਾ ਇਹਨੇ ਕਿਹੜਾ ਸੈਂਟ ਲਾਇਆ, ਕਿਉਂ ਲਾਇਆ, ਇਹ ਅੱਜ ਕੀ ਕਰਦਾ ਫਿਰਦਾ ਹੈ। ਕੰਨ ਵੀ ਚਲਾਕ ਨੇ, ਜ਼ੁਬਾਨ ਵੀ ਚਲਾਕ ਹੈ, ਸਭ ਕੁਝ ਹੀ ਚੰਚਲ ਹੈ। ਕਹਿੰਦੇ 10 ਘੋੜੇ ਹੋ ਗਏ, ਸਰੀਰ ਮਨੁੱਖ ਦਾ ਰੱਥ ਹੈ। ਮਨ ਡੋਰੀ ਕੇ ਸਮ ਪਹਿਚਾਨੋ, ਬੁੱਧ ਸਾਰਥੀ ਤਿਨੇ ਪਰਮਾਨੋ। ਗੁਰਦੇਵ ਨੇ ਬੜਾ ਸੋਹਣਾ ਦਰਸਾਇਆ। ਕਹਿੰਦੇ ਹੁਣ ਮਨ ਦਾ ਕੀ ਸੰਬੰਧ ਹੈ? ਘੋੜਿਆਂ ਨੂੰ ਚਲਾਉਣ ਵਾਸਤੇ ਜਿਹੜਾ ਸਾਰਥੀ ਕਹੀਏ, ਵਾਹਕ ਚਲਾਵਾ, ਜਿਹੜਾ ਚਲਾ ਰਿਹਾ ਉਹਨਾਂ ਨੂੰ, ਰੱਥ ਨੂੰ ਚਲਾਉਣ ਵਾਲਾ, ਉਹ ਕਹਿੰਦੇ ਤੇਰੀ ਬੁੱਧ ਹੈ, ਤੇਰੀ ਮੱਤ ਹੈ। ਹੁਣ ਉਹ ਬੁੱਧ ਦੇ ਹੱਥ 'ਚ ਕੀ ਫੜਿਆ ਹੋਇਆ? ਚਲਾਉਣ ਵਾਲੇ ਦੇ ਘੋੜੇ ਦੀ ਲਗਾਮ। ਲਗਾਮਾਂ ਹੀ ਆ ਨਾ, ਢਿੱਲੀ ਕਰਤੀ ਦੌੜਿਆ ਜਾਂਦਾ, ਖਿੱਚ ਲਈ ਤੇ ਰੁਕ ਜਾਂਦਾ। ਸਤਿਗੁਰ ਕਹਿੰਦੇ ਤੇਰੀ ਬੁੱਧ ਦੇ ਹੱਥ ਵਿੱਚ ਜਿਹੜਾ ਤੇਰਾ ਮਨ ਆ ਨਾ, ਇਹ ਲਗਾਮ ਹੈ। ਗਿਆਨ ਇੰਦਰੇ ਤੇ ਕਰਮ ਇੰਦਰਿਆਂ ਦੀ ਮਨ ਕੁਛ ਵੀ ਹੈ ਨਹੀਂ। ਆਖੋ ਸਤਨਾਮ। ਮਨ ਸਿਰਫ ਇੱਕ ਰੱਸੀ ਦੀ ਸਮਾਨ ਹੈ, ਰੱਸੀ ਦਾ ਕੰਮ ਹੈ। ਖਿੱਚ ਲਿਆ, ਘੋੜੇ ਰੁਕ ਗਏ, ਰੱਸੀ ਢਿੱਲੀ ਛੱਡਤੀ, ਘੋੜਿਆਂ ਨੂੰ ਇਸ਼ਾਰਾ ਹੋ ਗਿਆ ਭੱਜ ਲਓ। ਕਹਿੰਦੇ ਮਨ ਦਾ ਬਸ ਇੰਨੀ ਕਿ ਕਰਤੂਤ ਹੈ ਮਨ ਦੀ। ਬੁੱਧ ਕਹਿੰਦੀ ਹੈ ਮਨਾ, ਅੱਜ ਫਿਰ ਮੌਸਮ ਹੈ, ਪਕੌੜੇ ਬਣਨੇ ਚਾਹੀਦੇ ਆ। ਬੁੱਧ ਨੇ ਕਿਹਾ ਨਾ, ਮਨ ਨੇ ਲਾਤੀ ਨਾਲ ਦੀ ਨਾਲ ਚੋਕ, ਇੰਦਰੇ ਉਹਦੇ ਹੀ ਤਿਆਰ ਹੋ ਗਏ, ਖੁਸ਼ਬੂ ਲੱਗ ਗਈ ਆਉਣ ਪਕੌੜਿਆਂ ਦੀ ਬਿਨਾਂ ਬਣਾਈ। ਜੀਭ 'ਚ ਪਾਣੀ ਆਉਣ ਲੱਗ ਗਿਆ ਵੀ ਅੱਜ ਖਾਣੇ ਚਾਹੀਦੇ ਆ ਯਾਰ, ਮੀਂਹ ਪੈਂਦਾ, ਪਨੀਰ ਵਾਲੇ ਬਣਾਓ। ਦੂਜੇ ਨੂੰ ਫੋਨ ਕਰਤਾ, ਜ਼ੁਬਾਨਾਂ ਦੱਸਤਾ, ਤੂੰ ਵੀ ਆ ਜਾ ਫਲਾਣਿਆ। ਜਿਹਨੇ ਸੁਣਿਆ ਉਹਦਾ ਵੀ ਮੂਡ ਬਣ ਗਿਆ, ਓਏ ਅੱਜ ਪਕੌੜੇ ਬਣਨੇ, ਅੱਜ ਮੀਂਹ ਪਿਆ। ਇੱਕ ਸਮਝਾਉਣ ਵਾਸਤੇ। ਕਿਉਂ ਹੋਇਆ? ਮਨ ਕੋਈ ਵੱਡੀ ਚੀਜ਼ ਨਹੀਂ ਹੈ। ਮਨ ਨੇ ਸਾਰੀ ਦੁਨੀਆ ਨੂੰ ਪਵਾੜੇ 'ਚ ਪਾਇਆ ਹੋਇਆ। ਸਤਿਗੁਰ ਕਹਿੰਦੇ ਸਿਰਫ ਘੋੜਿਆਂ ਦੀ ਰੱਸੀ ਹੈ ਮਨ। ਘੋੜੇ ਤੇਰੇ ਗਿਆਨ ਇੰਦਰੇ, ਘੋੜੇ ਤੇਰੇ ਕਰਮ ਇੰਦਰੇ ਨੇ। ਬੁੱਧ ਅਸਲ ਵਿੱਚ ਡਰਾਈਵਰ ਹੈ, ਚਲਾਉਣ ਵਾਲਾ। ਬੰਦੇ ਨੂੰ ਕੌਣ ਚਲਾਉਂਦਾ? ਮਨ ਚਲਾਉਂਦਾ? ਨਹੀਂ, ਬੰਦੇ ਨੂੰ ਚਲਾਉਂਦੀ ਬੰਦੇ ਦੀ ਮੱਤ, ਇਹਦੀ ਸਮਝ। ਤੇ ਮਨ ਤੇ ਬਸ ਉਂਗਲ ਲਾ ਕੇ ਪਰਾਂ ਹੋ ਜਾਂਦਾ ਹੈ। ਮਨ ਨੇ ਤੇ ਇੰਨਾ ਕਹਿਤਾ, ਆਹ ਵੇਖ ਕਿੰਨੀ ਸੋਹਣੀ ਚੀਜ਼। ਹੁਣ ਅਕਲ ਸੋਚੀ ਜਾਂਦੀ ਬੁੱਧ ਵੀ ਲੈ ਲੈਣੀ ਚਾਹੀਦੀ ਹੈ। ਮਨ ਨੇ ਫੇਰ ਕਿਹਾ ਫਲਾਣੇ ਕੋਲ ਇੰਨੀ ਸੋਹਣੀ ਗੱਡੀ ਹੈ। ਹੁਣ ਬੁੱਧ ਸਾਰੀ ਰਾਤ ਸੋਚੀ ਜਾਂਦੀ ਹੈ, ਇਹਦਾ ਖਰਚਾ ਕਿੰਨਾ ਹੋਊਗਾ, ਕਿਸ਼ਤਾਂ ਕਿੰਨੀਆਂ ਹੋਣਗੀਆਂ, ਜੇ ਮੈਂ ਲੈ ਲਈ ਕਿੰਨੇ ਦੀ ਵਿਕੂਗੀ। ਇਹ ਮਨ ਤਾਂ ਨਹੀਂ ਕਹਿੰਦਾ, ਮਨ ਤੇ ਚੰਗਿਆੜੀ ਲਾ ਕੇ ਪਾਸੇ ਹੋ ਗਿਆ। ਗੁਰੂ ਸਾਹਿਬ ਕਹਿੰਦੇ 5 ਘੋੜੇ 10 ਘੋੜੇ ਤੇਰੇ ਗਿਆਨ ਇੰਦਰੇ ਕਰਮ ਇੰਦਰੇ ਨੇ, ਰੱਥ ਤੇਰਾ ਸਰੀਰ ਹੈ, ਮਨ ਇੱਕ ਖਿੱਚਣ ਵਾਲੀ ਡੋਰੀ ਹੈ, ਤੇ ਬੁੱਧ ਅਕਲ ਤੇਰੀ ਚਲਾਉਣ ਵਾਲੀ ਹੈ ਰੱਥ ਨੂੰ। ਸਮਝ ਆ ਗਿਆ ਜੀ? ਬਸ ਆਹੀ ਸਾਰਾ ਕੁਛ ਹੈ। ਇਹਨੂੰ ਸਮਝਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ, ਸਾਰੀ ਜ਼ਿੰਦਗੀ। ਜੇ ਇੰਨੀ ਕੁ ਸਮਝ ਆ ਗਈ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ, ਕਿਉਂਕਿ ਇਹ ਔਖਾ ਵਿਸ਼ਾ ਹੈ। ਤੇ ਜਿੱਦਣ ਸਮਝਣ ਆਉਣ ਲੱਗ ਗਈ ਨਾ, ਫਿਰ ਬਾਣੀ ਦਾ ਆਨੰਦ ਵੇਖਿਓ ਕਿੰਨਾ ਹੋਣਾ। ਪਾਤਸ਼ਾਹ ਕਹਿੰਦੇ ਰਾਏ ਬਲਾਰ ਜੀ, ਹੁਣ ਤੂੰ ਦੱਸ ਰੱਸੀ ਹੈ ਜਾਂ ਘੋੜੇ ਹੈ, ਜਾਂ ਤੂੰ ਰੱਥ ਹੈ ਜਾਂ ਚਲਾਉਣ ਵਾਲਾ ਹੈ। ਕਹਿੰਦਾ ਮਹਾਰਾਜ ਮੈਂ ਥੋੜ੍ਹੀ ਇਹਨਾਂ 'ਚ ਕੁਛ ਵੀ। ਹੁਣ ਤੁਹਾਨੂੰ ਕੋਈ ਕਹੇ ਵੀ ਆਟੋ ਖੜਾ ਹੈ ਜਾਂ ਗੱਡੀ ਖੜੀ ਹੈ, ਟੈਕਸੀ ਹੈ, ਨਾ ਤੇ ਆਪਾਂ ਟੈਕਸੀ ਆ, ਗੱਡੀ ਆਟੋ, ਨਾ ਆਪਾਂ ਡਰਾਈਵਰ ਆ, ਕਿਉਂਕਿ ਉਹ ਅਸੀਂ ਉਬਰ ਕੀਤੀ ਹੋਈ ਹੈ, ਨਾ ਅਸੀਂ ਉਹਦਾ ਇੰਜਣ ਆ, ਨਾ ਉਹਦੇ ਟਾਇਰ ਆ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ। ਹੁਣ ਗੱਡੀ ਦੇ ਵੀ ਤੇ ਟਾਇਰ ਚੱਲਦੇ ਆ, ਇੰਜਨ ਚੱਲਦਾ ਹੈ, ਬੈਲਟਾਂ ਚੱਲਦੀਆਂ, ਕਿੰਨਾ ਕੁਝ ਚੱਲਦਾ ਹੈ। ਸਟੀਅਰਿੰਗ ਹੱਥ 'ਚ ਹੈ, ਨਾ ਮੈਂ ਚਲਾਉਣ ਵਾਲਾ, ਨਾ ਮੈਂ ਸੀਟਾਂ, ਨਾ ਮੈਂ ਸੀਟ ਬੈਲਟ। ਕੌਣ ਆ ਮੈਂ ਤੇ ਉਹ ਆ ਜਿਹਨੇ ਬੁੱਕ ਕੀਤੀ ਸੀ, ਮੈਨੂੰ ਉੱਥੇ ਛੱਡ ਕੇ ਆ। ਜੇ ਡਰਾਈਵਰ ਬਿਮਾਰ ਹੋ ਜੂ ਤੇ ਮੈਨੂੰ ਕੀ ਫਰਕ ਹੈ? ਜੇ ਗੱਡੀ ਤੇਲ ਵੱਧ ਖਾਂਦੀ ਮੈਨੂੰ ਕੀ ਦਰਦ ਹੈ? ਕੋਈ ਫਰਕ ਨਹੀਂ ਹੈ, ਕਿਉਂਕਿ ਉਹ ਪ੍ਰੋਬਲਮ ਗੱਡੀ ਦੀ ਹੈ ਤੇ ਡਰਾਈਵਰ ਦੀ ਹੈ, ਮੇਰੀ ਨਹੀਂ ਹੈ। ਮੈਂ ਤੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਗੁਰੂ ਸਾਹਿਬ ਨੇ ਜਦੋਂ ਇਹ ਬਚਨ ਸਮਝਾਏ ਨਾ ਬੜੇ ਤਰੀਕੇ ਨਾਲ, ਰਾਏ ਬੁਲਾਰ ਸਾਹਿਬ ਦੀਆਂ ਅੱਖਾਂ 'ਚੋਂ ਅੰਦਰੋਂ ਪਾਣੀ ਆਇਆ ਤਿਪ ਤਿਪ। ਕਹਿੰਦੇ ਪਾਤਸ਼ਾਹ ਸਾਰੀ ਜ਼ਿੰਦਗੀ ਲੰਘ ਗਈ, ਇਹ ਸਮਝ ਨਾ ਆਇਆ। ਰੱਥੀ ਆਤਮਾ ਰੂਪ ਸੋ ਤੇਰੋ, ਜਾ ਕੋ ਹਰਖ
ਸ਼ੋਕ ਨਹਿਰੋ। ਗੁਰੂ ਸਾਹਿਬ ਕਹਿੰਦੇ ਤੇਰਾ ਅਸਲ ਰੂਪ ਉਸ ਰੱਥ ਤੇ ਬੈਠੀ, ਰੱਥ ਦਾ ਮਾਲਕ, ਗੱਡੀ 'ਚ ਬੈਠਾ ਗੱਡੀ ਦਾ ਮਾਲਕ ਹੈ ਜੀ। ਟਾਇਰਾਂ 'ਚ ਹਵਾ ਘੱਟ, ਮਾਲਕ ਨੂੰ ਚਿੰਤਾ ਨਹੀਂ ਹੈ ਡਰਾਈਵਰ ਦੀ ਹੈ। ਤੇਲ ਕਿੱਥੋਂ ਪਵਾਉਣਾ, ਕਿੰਨੇ ਦਾ ਪਵਾਉਣਾ, ਇਹ ਚਿੰਤਾ ਡਰਾਈਵਰ ਦੀ ਹੈ ਤੇ ਚਾਲਕ ਦੀ ਹੈ, ਜਾਂ ਇਹ ਪ੍ਰੋਬਲਮ ਗੱਡੀ ਦੀ ਹੈ। ਹੁਣ ਰੱਥ ਦੇ ਘੋੜੇ ਬਿਮਾਰ ਨੇ, ਚਾਰਾ ਖਾਧਾ, ਇਹ ਮਾਲਕ ਨੂੰ ਕੀ ਲੈਣ ਦੇਣਾ, ਉਹਨੇ ਤੇ ਬੈਠਣਾ ਮੈਨੂੰ ਉੱਥੇ ਲਾ। ਸਤਿਗੁਰ ਕਹਿੰਦੇ ਇਸ ਰੱਥ ਸਰੀਰ ਉੱਤੇ ਬੈਠੀ ਤੇਰੀ ਆਤਮਾ ਇਸ ਰੱਥ ਸਰੀਰ ਦੀ ਮਾਲਕ ਹੈ। ਆਖੋ ਸਤਨਾਮ। ਉਹ ਤੇਰਾ ਰੂਪ ਹੈ। ਸਮਝ ਗਏ? ਨਾ ਅਸੀਂ ਰੱਥ ਹਾਂ, ਨਾ ਅਸੀਂ ਘੋੜੇ ਹਾਂ, ਨਾ ਘੋੜੇ ਨੂੰ ਚਲਾਉਣ ਵਾਲਾ ਚਾਲਕਾਂ ਅਸੀਂ, ਤੇ ਨਾ ਉਹ ਡੋਰੀ ਹੈ ਜਿਹੜਾ ਮਨ ਹੈ, ਉਹ ਵੀ ਅਸੀਂ ਨਹੀਂ ਹਾਂ। ਅਸੀਂ ਤੇ ਉਹ ਹਾਂ ਜਿਹਨੂੰ ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ, ਮਾਲਕ ਬਣ ਕੇ ਇਸ ਰੱਥ ਤੇ ਬੈਠਾ। ਇਹ ਆਤਮਾ ਕਿੰਨੇ ਰੱਥ ਬਦਲਦੀ ਹੈ। ਜਦੋਂ ਆਪਾਂ ਕਿਸੇ ਦੂਰ ਮੰਜ਼ਲ ਤੇ ਜਾਈਏ, ਗੱਡੀਆਂ ਬਦਲਦੀਆਂ ਨੇ, ਇੱਕ ਬੱਸ ਲੱਥੇ ਦੂਜੀ ਚੜ੍ਹ ਗਏ। ਹੁਣ ਬੱਸ ਤੇ ਮੀਂਹ ਪਵੇ, ਕਾਰ ਤੇ ਮੀਂਹ ਪਵੇ, ਸਾਨੂੰ ਕੀ, ਬਾਹਰ ਧੁੱਪ ਪਵੇ, ਬਾਹਰ ਠੰਡ ਪਵੇ, ਸਾਨੂੰ ਕੀ, ਕਿਉਂਕਿ ਅੰਦਰ ਏਸੀ ਵੀ ਚੱਲਦਾ, ਹੀਟਰ ਵੀ ਚੱਲਦਾ। ਸੁਖੀ ਆ ਨਾ ਬੰਦਾ ਬੈਠਾ। ਨੀਂਦ ਆ ਜੇ ਸੌਂ ਜਾਂਦਾ, ਉਹਨੂੰ ਚਿੰਤਾ ਤਾਂ ਨਹੀਂ ਹੈ, ਉਹ ਡਰਾਈਵਰ ਦੀ ਚਿੰਤਾ, ਮੈਂ ਕਿਵੇਂ ਚਲਾਉਣਾ, ਕਿਹੜੇ ਰਾਹ ਜਾਣਾ, ਮੇਰੇ ਮਾਲਕ ਨੂੰ ਝਟਕਾ ਨਾ ਲੱਗੇ। ਪਾਤਸ਼ਾਹ ਕਹਿੰਦੇ ਸਰੀਰ ਵਿੱਚ ਬੈਠੀ ਆਤਮਾ, ਗਿਆਨ ਇੰਦਰੇ ਕੀ ਕਰਦੇ ਨੇ, ਕਰਮ ਇੰਦਰੇ ਕੀ ਕਰਦੇ ਨੇ, ਮਨ ਕੀ ਕਰਦਾ ਹੈ, ਬੁੱਧ ਕੀ ਕਰਦੀ ਹੈ, ਚਿੱਤ ਕੀ ਕਰਦਾ, ਵਿਕਾਰ ਕੀ ਕਰਦਾ ਹੈ। ਕਹਿੰਦੇ ਆਤਮਾ ਮਾਲਕ ਨੂੰ ਕੋਈ ਫਰਕ ਨਹੀਂ। ਉਹਨੇ ਇਸ ਜੀਵਨ ਵਿੱਚ ਲੈ ਕੇ ਆਉਣਾ ਤੇ ਇਹਨੂੰ ਛੱਡ ਕੇ ਤੁਰ ਜਾਣਾ। ਨਾ ਉਹ ਦੁਖੀ ਨਾ ਸੁਖੀ। ਆਖੋ ਸਤਨਾਮ। ਤੇਰਾ ਰੂਪ ਉਹ ਹੈ ਜਿਹ 'ਚ ਦੁੱਖ ਸੁੱਖ ਕੋਈ ਭਾਸਦਾ ਨਹੀਂ। ਤਾਂ ਕੋ ਤੂੰ ਨੀਕੈ ਲਖ ਲੀਜੈ, ਅਪਰ ਅਹੰਤਾ ਤਿਆਗਣ ਕੀਜੈ। ਪਾਤਸ਼ਾਹ ਕਹਿੰਦੇ ਰਾਏ ਬਲਾਰ ਦੀ ਆ ਹਉਮੈ ਛੱਡੋ, ਬੁੱਧ ਅਕਲ ਚਿੱਤ ਵਿਕਾਰ ਦੀ, ਤੇਰਾ ਤੇ ਰੂਪ ਹੀ ਨਹੀਂ। ਤੂੰ ਤੇ ਮਾਲਕ ਹੈ, ਮਾਲਕ ਤੇ ਮਾਲਕਾਂ ਵਾਲੀ ਫੀਲਿੰਗ ਰੱਖ। ਮਾਲਕ ਨੂੰ ਕੋਈ ਫਰਕ ਥੋੜਾ ਹੁੰਦਾ ਹੈ, ਪੋਚਾ ਲੱਗਿਆ ਨਹੀਂ ਲੱਗਿਆ, ਇਹ ਚਿੰਤਾ ਨੌਕਰ ਦੀ ਹੈ ਜਿਹਦੀ ਸਫਾਈ ਦੀ ਜ਼ਿੰਮੇਵਾਰੀ ਵੀ ਅੱਜ ਮੈਂ ਪੋਚਾ ਲਾਉਣਾ ਕਿ ਨਹੀਂ ਲਾਉਣਾ। ਮਾਲਕ ਨੂੰ ਕੀ ਫਰਕ ਹੈ? ਜਿਹੜਾ ਮਾਲਕ ਹੈ, ਮੇਰੇ ਕੱਪੜੇ ਧੋਤੇ ਜਾਂ ਨਹੀਂ ਧੋਤੇ, ਉਹਨੂੰ ਪਤਾ ਵੀ ਸਭ ਕੁਝ ਆਪਣੇ ਆਪ ਹੀ ਹੋ ਜਾਣਾ, ਆਪਣੇ ਆਪ ਹੀ ਚੱਲੀ ਜਾਣਾ। ਜਿਹੜਾ ਮਾਲਕ ਹੈ, ਅਸੀਂ ਮਾਲਕ ਜ਼ਰੂਰ ਹਾਂ, ਘਰਾਂ ਦੇ ਮਾਫ ਕਰਿਓ, ਸੋਚ ਸਾਡੀ ਅੱਜ ਵੀ ਨੌਕਰਾਂ ਵਾਲੀ। ਆਖੋ ਸਤਨਾਮ। ਭਾਵੇਂ ਅਸੀਂ 50 ਗੱਡੀਆਂ ਦੇ ਮਾਲਕ ਹੋਈਏ, ਭਾਵੇਂ ਅਸੀਂ 20 ਕੋਠੀਆਂ ਦੇ ਮਾਲਕ ਹੋਈਏ, ਮਾਲਕ ਜ਼ਰੂਰ ਹਾਂ, ਸੋਚ ਸਾਡੀ ਅੱਜ ਵੀ ਨੌਕਰਾਂ ਵਾਲੀ ਹੈ। ਮਾਫ ਕਰਿਓ, ਇੱਕ ਤੇ ਸਮਝ ਕੇ ਵੇਖਿਓ। ਜਿਹੜੇ ਮਾਲਕ ਹੁੰਦੇ ਆ ਨਾ, ਅਮੀਰ ਲੋਕ ਹੁੰਦੇ ਆ, ਸੱਚੀ ਅਮੀਰ ਹੁੰਦੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਕੀ ਕਰਦਾ ਹੈ, ਕਿਹਨੇ ਕੀ ਖਾਧਾ, ਕਿਹਨੇ ਕੀ ਪੀਤਾ, ਕੋਈ ਫਰਕ ਨਹੀਂ। ਉਹ ਆਪਣੀ ਜ਼ਿੰਦਗੀ 'ਚ ਇੰਜੋਏ ਕਰਦੇ ਆ। ਤੇ ਜਿਹੜਾ ਮੇਰੇ ਵਰਗਾ ਘਸਿਆ ਪਿਟਿਆ ਜਾ ਹੁੰਦਾ ਨਾ, ਉਹ CCTV ਕੈਮਰਾ ਬਣ ਕੇ ਸਭ ਦਿਨ ਸਾਰਾ ਦਿਨ ਇਹ ਕੰਮ ਕੈਮਰੇ ਦਾ ਸੀ, ਤੇਰਾ ਥੋੜੀ ਸੀ। ਕੌਣ ਕੀ ਖਾਂਦਾ ਹੈ, ਕੌਣ ਕੀ ਪੀਂਦਾ ਹੈ, ਕੌਣ ਕਿੱਥੇ ਚੱਲਿਆ, ਕੌਣ ਕਿਹਦੇ ਨਾਲ ਜਾਂਦਾ ਹੈ, ਇਹ ਕੰਮ ਕਿਹਦਾ ਹੈ? ਇਹ ਨੌਕਰਾਂ ਦਾ ਕੰਮ ਹੈ, ਨੌਕਰਾਂ ਦਾ। ਅੱਜ ਵੀ ਮੋਹਾਲੀ ਚੰਡੀਗੜ੍ਹ ਵਿੱਚ ਵੇਖ ਲਿਓ, ਕੰਮ ਵਾਲੇ ਜਿਹੜੇ ਹੁੰਦੇ ਆ ਨਾ ਨੌਕਰ, ਚਲੋ ਸਾਰੇ ਹੀ ਚੰਗੇ ਆ, ਮਾਲਕ ਘੱਟ ਗੱਲਾਂ ਕਰਨਗੇ, ਮੋੜਾਂ ਤੇ ਖੜੀਆਂ ਮਿਲਣਗੀਆਂ ਸਾਈਕਲ ਲੈ ਕੇ। किसके घर में क्या हुआ, किसके घर में क्या हुआ, कौन मर गया, कौन भाग गया, किसने क्या किया, ये कौन करता है? छोटे लोगों का काम। छोटे तो भाव जिहदी सोच छोटी है, वो असी भी हो सकते हैं। तो जिहदा दिल वड्डा ना, वो चौंकड़ा ला के परमात्मा के प्यार च बैठा, मालिक बन के कहता मैं मेरा रब, मेरी सृष्टि, मैं सृष्टि का रूप हाँ। इत्थे भुचाल आवे, नेरी आवे, गम आवे, लड़ाई होवे, कोई मैनू माड़ा कहे, मैं किसी का बुरा नहीं करना, क्योंकि इत्थे सारे मेरा रूप हन। वो एको ही गल कहंदा, नानक नाम चढ़दी कला, तेरे भाणे सरबत दा भला। इत्थों निकलना सरबत दा भला, एवें नहीं चार क गल्लां याद कीतियां, किसी तो एक काम जा लवाता, ठीक है मैं सरबत दा भला कर दे, ते बाहर दियां गल्लां करी चल। गुरु साहब कहंदे रथ ते बैठा मालक नूं की चिंता चिकड़ दी नहीं ना, मालक नूं चिंता तो नहीं होंदी। तो कई मालक इदां दे हुंदे आ जी, माफ़ करियो, पिछे बैठे आ, वो ड्राइवर नूं दुखी कर लैंदे, ओए हौली चला, फलाना कर। अगला कहंदा जी एड्डी अग लगी आप आ जा, ना चलाउणा ना चलाउण देना किसी नूं। ये नौकरां दी सोच है। मालकां नूं कदे वेखिया? अमीर लोकां नूं, वड्डे लोक हुंदे आ, कोई फर्क नहीं, गड्डी जिवें वो पर्दा करके आराम नाल सुत्ते रिलैक्स नहीं, वो अपना समा बिता रहे। एक प्रमाण, राजे महाराजे कदे नहीं कलपदे, वो चुप रहिंदे, उन्हां दे वर्करां ने काम करना। सतगुर कहंदे तेरी आत्मा मालक है, मन चित बुद्ध हंकार इंद्रे शरीर ये तेरे नौकर ने।
ਤੂੰ ਤੇ ਮਨ ਨੌਕਰ ਪਿੱਛੇ ਭੱਜਿਆ ਫਿਰੀ ਗਿਆ। ਆਖੋ ਸਤਨਾਮ। ਤੈਨੂੰ ਤੇ ਇਹੀ ਨਹੀਂ ਰਾਹ ਦਿੰਦਾ। ਮਾੜੀ ਛੁਰਲੀ ਛੱਡ ਕੇ ਮਨ ਭਰਾ ਹੋ ਜਾਂਦਾ। ਸਾਰੀ ਜ਼ਿੰਦਗੀ ਸੋਚੀ ਜਾਈਦੀ ਆ, ਅਕਲ ਉਹਦੇ ਪਿੱਛੇ ਲੱਗੀ ਹੋਈ ਹੈ ਤੇ ਆਤਮਾ ਨੂੰ ਜਾਣਿਆ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਆਤਮਾ ਤੇਰਾ ਰੂਪ ਹੈ, ਹਉਮੈ ਹੰਕਾਰ ਰਾਏ ਬੁਲਾਰ ਜੀ ਤੇਰਾ ਸਰੂਪ ਨਹੀਂ। ਜੇ ਕੋ ਸਕੈ ਨ ਅਗਨ ਜਰਾਈ, ਨੀਰ ਨ ਤਾਂ ਕੋ ਕਬੈ ਗਰਾਈ। ਜਿਸ ਆਤਮਾ ਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਸੁਭਾਵਿਕ ਮਾਡਰਨ ਜ਼ਮਾਨੇ 'ਚ ਸਮਝਣ ਵਾਸਤੇ, ਮੰਨ ਲਓ ਕੋਈ ਵੱਡਾ ਬੰਦਾ ਹੈ, ਉਹਨੂੰ ਗਨ ਰੱਖਣ ਦੀ ਕੀ ਲੋੜ ਹੈ? ਉਹਨੂੰ ਪਤਾ ਹੈ ਮੇਰੀ ਗੱਡੀ ਬੁਲਟ ਪ੍ਰੂਫ ਹੈ, ਸ਼ੀਸ਼ੇ ਵੀ ਇਹਦੇ ਬੁਲਟ ਪ੍ਰੂਫ ਹਨ, ਗੋਲੀ ਵੱਜੂ ਕੋਈ ਫਰਕ ਨਹੀਂ ਪੈਣਾ। ਮੇਰੇ ਨਾਲ ਮੇਰੇ ਅੰਗ ਰੱਖਿਅਕ ਨੇ, ਮੇਰੇ ਬਾਡੀਗਾਰਡ ਨੇ, ਉਹ ਸੰਭਾਲਣਗੇ। ਮੈਂ ਥੋੜ੍ਹੀ ਵੇਖਣਾ ਮੈਨੂੰ ਕੌਣ ਮਾਰਦਾ ਹੈ। ਵੱਡਾ ਬੰਦਾ ਕਦੀ ਚੀਜ਼ਾਂ ਸੋਚਦਾ? ਇਹ ਵੇਖਦਾ ਨਹੀਂ, ਉਹਦੇ ਨਾਲ ਦੇ ਵੇਖਦੇ ਆ। ਮਰਦ ਕਹਿੰਦੇ ਆਤਮਾ ਕਦੇ ਚਿੰਤਾ ਨਹੀਂ ਕਰਦੀ ਸਰੀਰ ਤੇ ਮੌਤ ਕਦੋਂ ਆਉਣੀ ਹੈ, ਸਰੀਰ ਨੂੰ ਦੁੱਖ ਸੁੱਖ ਕਦੋਂ ਆਉਣਾ ਹੈ। ਉਹ ਆਪਣੇ ਆਨੰਦ 'ਚ ਰਹਿੰਦੀ ਜਿਹੜਾ ਤੇਰਾ ਸਰੂਪ ਹੈ। ਇਹ ਬਾਹਰ ਦੀਆਂ ਗੱਲਾਂ ਤੇਰੇ ਅੰਗ ਰੱਖਿਅਕ ਦੇ ਕੰਮ ਨੇ, ਇੰਦਰੀਆਂ ਦੇ ਕਰਮ ਨੇ, ਗਿਆਨ ਇੰਦਰੀਆਂ ਦੇ ਕਰਮ ਨੇ, ਪਰ ਇਹ ਤੇਰਾ ਰੂਪ ਨਹੀਂ ਨੇ। ਮਤ ਇਹਨਾਂ ਪਿੱਛੇ ਲੱਗ ਕੇ ਸਵਾਸਾਂ ਨੂੰ ਐਵੇਂ ਖੱਜਲ ਕਰੇ। ਨਹਿ ਸ਼ਸਤਰਨ ਸੋ ਛੇਦਿਓ ਜਾਏ, ਪੌਨ ਨ ਤਾਂ ਕੋ ਸਕੈ ਉਡਾਏ। ਨਾ ਤੈਨੂੰ ਕੋਈ ਹਵਾ ਉਡਾ ਸਕਦੀ, ਨਾ ਤੈਨੂੰ ਸ਼ਸਤਰ ਕੱਟ ਵੱਢ ਸਕਦਾ, ਕਿਉਂਕਿ ਆਤਮਾ ਨੂੰ ਮਾਰਨ ਵਾਲਾ ਕੋਈ ਹੈ ਨਹੀਂ। ਮਰਦੀ ਨਾ। ਆਤਮਾ ਤੇ ਸਦਾ ਅਡੋਲ ਹੈ, ਅਮਰ ਹੈ, ਅਬਨਾਸੀ ਹੈ, ਕਿਉਂਕਿ ਉਹ ਪਰਮਾਤਮਾ ਦਾ ਸਰੂਪ ਹੈ। ਅਸਲ ਵਿੱਚ ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਰੂਪ ਹੈ, ਉਹਦੇ 'ਚ ਹੀ ਸਮਾ ਜਾਣੀ ਹੈ। ਸਮਝ ਕਿਉਂ ਨਹੀਂ ਆਉਂਦੀ? ਕਿਉਂਕਿ ਦੁਨੀਆ ਨੇ ਆਪਣੀ ਆਤਮਾ ਰੱਬ ਪਰਮਾਤਮਾ ਨੂੰ ਵਿਸਾਰ ਕੇ ਮਨ ਪਿੱਛੇ ਲੱਗ ਕੇ ਆਪਣੇ ਆਪ ਤਾਣਾ ਬਣਾ ਪੁਣਿਆ ਹੋਇਆ ਹੈ। ਮਨ ਕਹਿੰਦਾ ਧਰਮ ਨਹੀਂ ਠੀਕ, ਆ ਧਰਮ ਠੀਕ ਹੈ। ਮਨ ਕਹਿੰਦਾ ਬੰਦਾ ਨਹੀਂ ਠੀਕ, ਆ ਠੀਕ ਹੈ। ਮਨ ਕਹਿੰਦਾ ਮੈਨੂੰ ਕੋਈ ਸਮਝਦਾ ਹੀ ਨਹੀਂ, ਮੈਂ ਸਿਆਣਾ। ਇੱਥੇ ਹਰੇਕ ਬੰਦੇ ਦੀ ਇੱਕੋ ਪ੍ਰੋਬਲਮ ਹੈ, ਮੈਨੂੰ ਮੇਰੇ ਘਰ ਦੇ ਨਹੀਂ ਸਮਝਦੇ। ਇਹੀ ਕਹਿੰਦੇ ਆ ਨਾ ਸਾਰੇ, ਯਾਰ ਮੇਰਾ ਫਰੈਂਡ ਸਰਕਲ ਮੈਨੂੰ ਸਮਝਦਾ ਹੀ ਨਹੀਂ। ਕਦੇ ਕਿਸੇ ਤੋਂ ਸੁਣਿਆ ਵੀ ਮੈਂ ਲੋਕਾਂ ਨੂੰ ਨਹੀਂ ਸਮਝਦਾ, ਮੈਨੂੰ ਦੁਨੀਆ ਦੀ ਸਮਝ ਨਹੀਂ ਆਉਂਦੀ? ਹਰੇਕ ਹੀ ਲੜਦਾ ਫਿਰਦਾ, ਯਾਰ ਮੈਨੂੰ ਫੋਲੋ ਕਰੋ, ਮੈਨੂੰ ਸਮਝੋ, ਮੈਨੂੰ ਸਮਝੋ, ਮੈਂ ਸਿਆਣਾ। ਆਹੀ ਦੁੱਖਾਂ ਦਾ ਕਾਰਨ ਹੈ। ਆਤਮਾ ਨਾਲ ਜੁੜਿਆ ਮਨੁੱਖ ਰੂਹ ਨਾਲ ਜੁੜਿਆ ਹੋਇਆ ਇਹਨਾਂ ਰੌਲਿਆਂ 'ਚ ਪੈਂਦਾ ਹੀ ਨਹੀਂ। ਬਾਲਕ ਬੂੜਾ ਜੋ ਨਹਿ ਤਰਨਾ, ਜਾਹੀ ਕਦਾਚਿਤ ਜਨਮ ਨ ਮਰਨਾ। ਸਾਹਿਬ ਕਹਿੰਦੇ ਤੇਰੀ ਆਤਮਾ ਨਾ ਕਦੇ ਬੁੱਢੀ ਹੋਵੇ, ਨਾ ਕਦੇ ਜਵਾਨ ਹੋਵੇ, ਤੇ ਨਾ ਕਦੇ ਬੱਚੀ ਹੈ। ਹੁਣ ਮਾਲਕ ਜਿਹੜਾ ਰੱਥ ਤੇ ਬੈਠਾ ਹੈ, ਉਹਨੂੰ ਕੀ ਫਰਕ ਹੈ ਘੋੜੇ ਬੁੱਢੇ ਹੋ ਰਹੇ ਜਵਾਨ ਹੁੰਦੇ? ਉਹ ਚਿੰਤਾ ਘੋੜਿਆਂ ਨੂੰ ਚਲਾਉਣ ਵਾਲੇ ਦੀ ਹੈ। ਅੱਜ ਦੇ ਸਮੇਂ ਕੋਈ ਮਾਲਕ ਹੈ, ਅਮੀਰ ਬੰਦਾ ਹੈ, ਉਹਨੂੰ ਨਹੀਂ ਪਤਾ ਮੇਰੀ ਗੱਡੀ ਕਿਹੜੀ, ਮੈਂ ਉਹਦੇ ਮੈਨੇਜਰ ਨੇ ਗੱਡੀ ਖਰੀਦਣੀ ਹੈ, ਜਿਹੜੀ ਠੀਕ ਆ ਰੱਖ ਲਈ, ਨਹੀਂ ਠੀਕ ਛੱਡਤੀ। ਇਹ ਉਹਦੀ ਪ੍ਰੋਬਲਮ ਥੋੜ੍ਹੀ ਹੈ। ਮਿਸਤਰੀ ਕੋਲ ਗੱਡੀ ਨੂੰ ਲੈ ਕੇ ਜਾਣਾ ਇਹ ਡਰਾਈਵਰ ਦਾ ਕੰਮ ਹੈ, ਮਾਲਕ ਦਾ ਨਹੀਂ ਹੈ। ਮਾਲਕ ਕੋਲ ਇੱਕ ਗੱਡੀ ਖਰਾਬ ਆ, ਦੂਜੀ ਤੇ ਚੜ੍ਹ ਕੇ ਚਲਿਆ ਜਾਊ। ਅੱਜ ਦੇ ਸਮੇਂ ਇੱਦਾਂ ਹੀ ਆ ਨਾ। ਮਰਦ ਕਹਿੰਦੇ ਇੱਕ ਦੇ ਰੱਥ ਦੇ ਘੋੜੇ ਬਿਮਾਰ ਨੇ, ਉਹਨੇ ਬਦਲ ਕੇ ਦੂਜੇ ਲਾ ਦੇਣੇ, ਰੱਥ ਬਦਲਿਆ ਜਾਊ। ਆਤਮਾ ਵੇਖਦੀ ਹੈ ਇਹ ਸਰੀਰ ਬੁੱਢਾ ਹੋ ਗਿਆ, ਗਿਆਨ ਇੰਦਰੇ ਕਰਮ ਇੰਦਰੇ ਘੋੜੇ ਬਿਮਾਰ ਹੋ ਗਏ, ਇਹਦੇ ਮਨ ਦੀਆਂ ਤਣੀਆਂ ਢਿੱਲੀਆਂ ਹੋ ਗਈਆਂ, ਤੇ ਚਲਾਉਣ ਵਾਲੀ ਬੁੱਧ ਆ ਨਾ ਜਿਹੜੀ ਡੈੱਡ ਹੋਣ ਲੱਗ ਗਈ, ਭੁੱਲਣ ਲੱਗ ਗਈ ਸਾਰਾ ਕੁਝ, ਉਹ ਛੱਡ ਕੇ ਸਰੀਰ ਉਡਾਰੀ ਮਾਰ ਕੇ ਤੇ ਹੋਰ ਜਾ ਬਹਿੰਦੀ। ਆਖੋ ਸਤਨਾਮ। ਨਵਾਂ ਰੂਪ ਧਾਰ ਲੈਂਦੀ ਹੈ। ਪ੍ਰਾਤਮਾ ਉਹੀ ਹੈ, ਨਾ ਜਵਾਨ ਹੈ, ਨਾ ਬੁੱਢੀ ਹੈ, ਨਾ ਕਦੇ ਉਹ ਮਰਦੀ ਹੈ। ਜਾਂ ਕੋ ਭੂਖ ਪਿਆਸ ਨਾ ਥੋਰੀ, ਜੇ ਬਿਸਰੇ ਤੇ ਹਵੇ ਦੁੱਖ ਕੋਰੀ। ਆਤਮਾ ਦੁਖੀ ਤਾਂ ਨਹੀਂ ਕਿਉਂਕਿ ਉਹਨੂੰ ਨਾ ਭੁੱਖ ਹੈ ਨਾ ਪਿਆਸ ਹੈ। ਦੁਖੀ ਕੌਣ ਹੋਊ? ਜਿਹਨੂੰ ਭੁੱਖ ਪਿਆਸ ਲੱਗਦੀ ਹੈ, ਉਹੀ ਦੁਖੀ ਹੋਊਗਾ। ਸਾਡਾ ਦੁੱਖ ਕੀ ਹੈ? ਸਾਰੀ ਦੁਨੀਆ ਭੱਜੀ ਫਿਰਦੀ, ਆਪਾਂ ਭੱਜੇ ਫਿਰਦੇ ਕਾਹਦੇ ਲਈ? ਭੁੱਖੇ ਨਾ ਮਰ ਜੀਏ, ਸਾਡਾ ਕੁਛ ਬਣ ਜੇ, ਸਾਡਾ ਕੁਛ ਬਣ ਜੇ। ਅਰਬਾਂ ਖਰਬਾਂ ਇਕੱਠਾ ਕਰਕੇ ਵੀ ਬੰਦਾ ਭਟਕਦਾ ਹੀ ਫਿਰਦਾ ਹੈ। ਹਾਏ ਮੈਂ ਹੋਰ ਕੁਛ ਇਕੱਠਾ ਕਰ ਲਾਂ। ਕਦੇ ਸੰਤੁਸ਼ਟ ਬੰਦਾ ਦੇਖਿਆ ਵੀ ਜਿਹਦੇ ਕੋਲ 1 ਲੱਖ ਸਾਲ ਦਾ ਵੀ ਆ ਗਿਆ ਤੇ ਸੰਤੁਸ਼ਟ ਹੋਵੇ? ਇੱਥੇ ਤੇ ਲੋਕਾਂ ਕੋਲ ਮਹੀਨੇ ਦਾ 10-10 ਲੱਖ ਵੀ ਆਇਆ, ਉਹ ਵੀ ਕਹਿੰਦਾ ਯਾਰ ਨਹੀਂ ਕੁਛ ਬਣਿਆ, ਨਹੀਂ ਕੁਛ ਬਣਿਆ। ਮੈਂ ਇਹੋ ਜਿਹੇ ਲੋਕ ਵੀ ਵੇਖੇ ਆ। 5-5 ਹਜ਼ਾਰ ਮਹੀਨੇ ਦੀ ਤਨਖਾਹ, ਜਾ ਕੇ ਪੁੱਛੋ ਚਾਹੀਦਾ ਕੁਛ, ਕਹਿੰਦੇ ਨਹੀਂ ਬੜੀ ਰੱਬ ਦੀ ਕਿਰਪਾ। ਰਿਕਸ਼ੇ ਚਲਾ ਕੇ ਗੁਜ਼ਾਰਾ ਕਰਦੇ ਆ। ਉਹ ਲੋਕ ਕੌਣ ਨੇ? ਰੱਜੇ ਹੋਏ ਅਮੀਰ ਲੋਕ ਨੇ। ਉਹ ਹੱਥ ਨਹੀਂ ਅੜਦੇ, ਕਿਸੇ ਦੀ ਜੇਬ ਵੱਲ ਨਹੀਂ ਵੇਖਦੇ। ਇੱਥੇ ਵੱਡੇ ਵੱਡੇ ਰਾਜੇ ਮੰਗਤੇ ਵੇਖੇ ਆ, ਸਭ ਕੁਛ ਹੁੰਦੇ ਆ। ਲੋਕੀ ਕਹਿੰਦੇ ਹਾਏ ਇਹਦੇ ਕੋਲ ਇੰਨਾ ਕੁਛ ਹੈ, ਜਿਹਦੇ ਕੋਲ ਇੰਨਾ ਕੁਛ ਹੈ ਉਹ ਕਹਿੰਦਾ ਹਾਏ ਹਾਏ ਇਹਦੇ ਵਾਲਾ ਸਮਾਨ ਮੇਰਾ ਕਿਉਂ ਨਹੀਂ ਹੋਇਆ, ਇਹਦੇ ਵਾਲੀ ਗੱਡੀ ਮੇਰੇ ਕੋਲ ਕਿਉਂ ਨਹੀਂ ਆਈ। ਉਹ ਆਪਣੇ ਤੋਂ ਸੰਤੁਸ਼ਟ ਹੀ ਨਹੀਂ ਹੈ।
ਸੰਤੋਖੀ ਹੋਣਾ, ਸੰਤੁਸ਼ਟ ਹੋਣਾ, ਜੀਵਨ ਨੂੰ ਆਨੰਦਿਤ ਹੋ ਕੇ ਜਿਉਣਾ। ਸਤਿਗੁਰ ਕਹਿੰਦੇ ਵੱਡਾ ਕਰਮ ਹੈ, ਜ਼ਿੰਦਗੀ ਸਭ ਨੂੰ ਮਿਲੀ ਹੈ। ਪਿੱਛੇ ਜੇ ਅਮਰੀਕਾ 'ਚ ਰਿਸਰਚ ਹੋਈ ਵੀ ਅਮਰੀਕਾ ਦੇ ਲੋਕ, ਦੁਨੀਆ ਭੱਜੀ ਫਿਰਦੀ ਅਮਰੀਕਾ ਜਾਣਾ ਪੱਕੇ ਹੋਣਾ ਹੈ। ਇੱਥੇ ਵੀ ਤਾਂ ਇਹੀ ਹਾਲ ਹੈ। ਇੱਥੇ ਵਾਲਿਆਂ ਨੂੰ ਪੁੱਛੋ ਕਿਤੇ ਕਹਿੰਦੇ ਕੈਨੇਡਾ ਜਾਣਾ, ਕੈਨੇਡਾ ਵਾਲੇ ਕਹਿੰਦੇ ਹੁਣ ਇੰਡੀਆ ਆਉਣਾ ਹੈ। ਕਿਉਂ? ਟਿਕਾ ਹੈ ਨਹੀਂ ਕਿਤੇ। ਜਿਹੜਾ ਪਿੰਡ 'ਚ ਰਹਿੰਦਾ ਕਹਿੰਦਾ ਚੰਡੀਗੜ੍ਹ ਕੋਠੀ ਪਾਉਣੀ, ਚੰਡੀਗੜ੍ਹ ਵਾਲੇ ਕਹਿੰਦੇ ਬੰਬੇ ਜਾਣਾ, ਬੰਬੇ ਵਾਲੇ ਕਹਿੰਦੇ ਅਮਰੀਕਾ ਜਾਣਾ ਹੈ, ਅਮਰੀਕਾ ਵਾਲੇ ਕਹਿੰਦੇ ਚਲੋ ਹੁਣ ਬਹੁਤ ਕੁਛ ਹੋ ਗਿਆ, ਹੁਣ ਇੰਡੀਆ ਨੂੰ ਚੱਲੀਏ, ਉੱਥੇ ਮੌਜਾਂ। ਟਿਕਾਣਾ ਹੈ ਕਿਤੇ? ਕਿਤੇ ਵੀ ਨਹੀਂ। ਸੰਤੁਸ਼ਟੀ ਕਿਤੇ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਹੀ ਸਮਝਾਉਂਦੇ, ਕਹਿੰਦੇ ਬੰਦਾ ਤੁਰਿਆ ਫਿਰਦਾ, ਭਟਕਦਾ ਫਿਰਦਾ, ਰੱਜਦਾ ਹੀ ਕਦੇ ਨਹੀਂ। ਜਿਹੜਾ ਰੱਜਿਆ ਹੋਇਆ ਨਾ, ਉਹਦੇ ਕੋਲ ਵੀਜ਼ੇ ਬੜੇ ਪਏ, ਉਹ ਕਹਿੰਦਾ ਮੈਂ ਜਾਣਾ ਹੀ, ਕਰਨਾ ਕੀ ਹੈ? 2 ਰੋਟੀਆਂ ਇੱਥੇ ਖਾ ਲੈਣੀਆਂ, ਉੱਥੇ ਖਾ, ਕਰਨਾ ਕੀ? ਅਮਰੀਕਾ 'ਚ ਰਿਸਰਚ ਹੋਈ, 88% ਲੋਕ 100 ਦੇ ਵਿੱਚੋਂ ਕਹਿੰਦੇ ਅਸੀਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹਾਂ, ਸੈਟੀਸਫਾਈਡ ਨਹੀਂ ਹਾਂ। ਜੇ ਅਮਰੀਕਾ ਵਾਲਿਆਂ ਦਾ ਆਹ ਹਾਲ ਆ ਤੇ ਫਿਰ ਭਾਰਤ ਵਾਲੇ ਤੇ ਜਿੰਦਾਬਾਦ। ਅਸੀਂ ਕਿਉਂ ਡਰਦੇ ਹਾਂ? ਅਸੀਂ ਕਿਉਂ ਡੋਲਦੇ ਹਾਂ? ਉਹ ਜ਼ਿੰਦਗੀ ਜਿੰਦਾਬਾਦ ਹੈ, ਇਹਦਾ ਹਰ ਪਲ ਜੀਓ, ਆਨੰਦ 'ਚ ਜੀਓ। ਸਾਡੀ ਤੇ ਜ਼ਿੰਦਗੀ ਵਹਿਮਾਂ 'ਚ ਲੰਘੀ ਜਾਂਦੀ ਹੈ, ਕਿਸੇ ਦੀ ਭਰਮਾਂ 'ਚ, ਕਿਸੇ ਦੀ ਪਖੰਡਾਂ 'ਚ, ਕਿਸੇ ਦੀ ਲੜਾਈਆਂ 'ਚ, ਕਿਸੇ ਦੀ ਨਿੰਦਿਆ ਚੁਗਲੀ 'ਚ ਲੰਘ ਜਾਂਦੀ ਹੈ। ਕੋਈ ਦਬ ਕੇ ਚੱਲੀ ਜਾਂਦਾ, ਜੇ ਮੈਂ ਐਂ ਕੀਤਾ ਘਰ ਦੇ ਆਹ ਕਹਿਣਗੇ, ਪਰਿਵਾਰ ਵਾਲੇ ਆਹ ਕਹਿਣਗੇ, ਸਾਰੀ 'ਚ ਬੁੱਢਾ ਹੋ ਗਿਆ, ਹੁਣ ਕੋਈ ਪੁੱਛਦਾ ਹੀ ਨਹੀਂ ਹੈ। ਆਪਣੇ ਆਨੰਦ 'ਚ ਜੀਓ, ਆਪਣੇ ਸਤਿਗੁਰ ਦੇ ਪਿਆਰ 'ਚ ਜੀਓ, ਕਿਸੇ ਦੀ ਪਰਵਾਹ ਨਾ ਕਰੋ। ਜੱਗ ਦੇ ਕਰਮ ਫਰਜ਼ ਨਿਭਾਈ ਚੱਲੋ, ਚਮਚਾਗਿਰੀ ਨਾ ਕਰੋ। ਆਖੋ ਸਤਨਾਮ। ਚਮਚਾਗਿਰੀਆਂ ਕਦੇ ਕੰਮ ਆਈਆਂ ਕਿਸੇ ਦੇ? ਨਾ ਕਿਸੇ ਲੀਡਰ ਦੇ ਕੰਮ ਆਈਆਂ, ਨਾ ਕਿਸੇ ਧਾਰਮਿਕ ਬੰਦੇ ਦੇ ਕੰਮ ਆਈਆਂ। ਪੱਲੇ ਸਿਰਫ ਦੁੱਖ ਆਏ ਨੇ, ਦੁੱਖ। ਗੁਰੂ ਸਾਹਿਬ ਕਹਿੰਦੇ ਆਤਮਾ ਤੇ ਬੜੀ ਨਿਰੋਲ ਹੈ, ਤੇ ਬੜੀ ਪਾਕ ਪਵਿੱਤਰ ਤੇ ਉੱਚੀ ਹੈ। ਰਾਏ ਬੁਲਾਰ ਜੀ, ਆਤਮਾ ਨਾਲ ਜੁੜਿਆ ਇਨਸਾਨ ਸਦਾ ਪੂਜਿਆ ਜਾਂਦਾ ਏ। ਸੋਹਣੇ ਬੁਲਾਰ ਇਸ ਬਿਦ ਕੇ ਬੈਨਾ, ਨਿਜ ਸਰੂਪ ਜਾਣਿਓ ਸੁਖ ਐਨਾ। ਸਤਿਗੁਰਾਂ ਦੇ ਬਚਨ ਸੁਣ ਕੇ ਰਾਏ ਬੁਲਾਰ ਕਹਿੰਦੇ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ। ਅੱਜ ਮੈਨੂੰ ਸਬੂਤਾਂ ਨਾਲ ਪਤਾ ਲੱਗਿਆ ਮੇਰੀ ਆਤਮਾ ਹੀ ਮੇਰਾ ਸਰੂਪ ਹੈ। ਆਖੋ ਸਤਨਾਮ। ਗਿਆਨ ਦੇ ਪ੍ਰਸੰਗਾਂ ਦੀਆਂ ਸਮਾਪਤੀਆਂ ਨੇ। ਰਾਏ ਬੁਲਾਰ ਜੀ ਨੂੰ ਸਤਿਗੁਰਾਂ ਨੇ ਅੰਤਰ ਆਤਮੇ ਦਾ ਗਿਆਨ ਦਿੱਤਾ। ਤੂੰ ਆਤਮਾ ਹੈ ਕਿਵੇਂ ਹੈ? ਨਾ ਤੂੰ ਸਰੀਰ ਹੈ, ਨਾ ਤੂੰ ਪ੍ਰਾਣ ਹੈ, ਨਾ ਤੂੰ ਗਿਆਨ ਇੰਦਰੇ, ਨਾ ਤੂੰ ਕਰਮ ਇੰਦਰੇ, ਨਾ ਤੂੰ ਮਨ, ਨਾ ਤੂੰ ਬੁੱਧ, ਨਾ ਤੂੰ ਚਿੱਤ, ਨਾ ਹੰਕਾਰ। ਤੂੰ ਤੇ ਕੁਛ ਵੀ ਨਹੀਂ ਇਹਨਾਂ 'ਚੋਂ। ਸਿਰਫ ਇੱਕ ਹਉਮੈ ਲੱਗੀ ਸੀ ਨਾ, ਮੇਰਾ ਮਨ, ਮੇਰੀ ਮਰਜ਼ੀ, ਮੇਰੀ ਅਕਲ, ਮੇਰੀ ਸਮਝ, ਮੇਰਾ ਸਰੀਰ, ਮੇਰੀ ਮਰਜ਼ੀ। ਮੇਰਾ ਨੱਕ ਬੜਾ ਸੁੰਘਦਾ ਹੈ, ਮੈਨੂੰ ਤੇ ਬਹੁਤ ਤੇਜ਼ ਸੁਣਦਾ ਹੈ, ਮੈਂ ਤੇ ਦੂਰ ਤੱਕ ਵੇਖ ਲੈਣਾ, ਮੈਂ ਜਵਾਨ ਬੜਾ, ਮੈਂ ਭੱਜ ਲੈਣਾ। ਇਹ ਹਉਮੈ ਸੀ ਸਾਰੀ। ਪਰ ਆਤਮਾ ਨਾ ਬੁੱਢੀ ਸੀ, ਨਾ ਬਜ਼ੁਰਗ ਸੀ, ਨਾ ਸਿਆਣੀ ਸੀ, ਨਾ ਕਮਲੀ ਸੀ, ਨਾ ਝੱਲੀ ਸੀ, ਨਾ ਸੜਦੀ ਸੀ, ਨਾ ਮਰਦੀ ਸੀ, ਨਾ ਡੁੱਬਦੀ ਸੀ, ਨਾ ਚਿੰਤਾ 'ਚ ਸੀ। ਉਹ ਆਨੰਦ ਵਿੱਚ ਸੀ। ਸਤਿਗੁਰ ਕਹਿੰਦੇ ਇਹ ਸਰੂਪ ਤੇਰਾ ਆਨੰਦ ਵਾਲਾ ਹੈ। ਆਨੰਦ ਮਿਲਦਾ ਕਦੋਂ ਹੈ? ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਨ੍ਹਾਂ ਨੇ ਮੈਂ ਵਿੱਚ ਸਤਿਗੁਰੂ ਪਾਇਆ, ਅੰਦਰ ਪਾਇਆ ਸਤਿਗੁਰੂ, ਵੀ ਉਹ ਮੇਰਾ ਰੂਪ, ਮੈਂ ਉਹਦਾ ਰੂਪ ਆ। ਮੈਂ ਤੇ ਦੁਖੀ ਨਹੀਂ ਆ ਇੱਥੇ। ਮੈਨੂੰ ਤੇ ਆ ਭਾਗਾਂ ਨਾਲ 84 ਲੱਖ ਜੂਨਾਂ ਤੋਂ ਬਾਅਦ ਜੀਵਨ ਮਿਲਿਆ, ਤੇ ਸਾਡਾ ਜੀਵਨ ਹਾਏ ਮਰ ਗਏ, ਟੈਨਸ਼ਨ, ਚਿੰਤਾ, ਡਿਪਰੈਸ਼ਨ। ਸਾਡਾ ਕੀ ਬਣੂ? ਬੱਚਿਆਂ ਦਾ ਕੀ ਬਣੂ? ਵੀ ਆਹ ਕੰਮ ਕਰਨ ਵਾਸਤੇ 83,09,999 ਜੂਨਾਂ ਪਈਆਂ। ਸੂਰ ਬਣ ਕੇ ਫਿਰੀ ਜਾਈ ਆਪਣੇ ਜਵਾਕਾਂ ਪਿੱਛੇ, ਗਧਾ ਬਣ ਕੇ ਫਿਰੀ ਜਾਈ ਆਪਣੇ ਨਿਆਣਿਆਂ ਦੇ ਪਿੱਛੇ ਦੌੜਦਾ, ਵੀ ਮੇਰੇ ਜਵਾਕ ਕਿੱਥੇ ਆ। ਆ ਜੀਵਨ ਕਾਹਦੇ ਵਾਸਤੇ ਸੀ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਇਹ ਤੇ ਬਾਰੀ ਸੀ। ਇਹ ਵੀ ਉਹਨਾਂ ਕੰਮਾਂ 'ਚ ਗਵਾਈ ਜਿਹੜੀਆਂ ਟੇਢੀਆਂ ਜੂਨਾਂ 'ਚ ਗਵਾਈ। ਰਾਏ ਬੁਲਾਰ ਜੀ ਨੂੰ ਉਪਦੇਸ਼ ਬਖਸ਼ਿਆ। ਹੁਣ ਅੰਤਮ ਸਤਰਾਂ ਨੇ ਸਮਾਂ ਸਮਾਪਤ ਹੈ।